ਰਜਿੰਦਰਾ ਹਸਪੀਟਲ ਦੀ ਮੈਨੇਜਮੈਂਟ ਠੀਕ ਨਹੀਂ ਹੈ। ਇੱਥੇ ਜ਼ਿੰਦਾ ਬੰਦੇ ਅੰਦਰ ਆਉਂਦੇ ਹੈ ਤੇ ਮੁਰਦਾ ਬਾਹਰ ਆਉਂਦੇ ਨੇ। ਇੱਥੇ ਮਰਨ ਤੋਂ ਬਾਅਦ ਉਹਨਾਂ ਦੇ ਜਾਣ ਕੇ ਮਰ ਜਾਂਦੇ ਹੈ, ਕਿਡਨੀ ਹਾਰਵੈਸਟਿੰਗ ਹੁੰਦੀ ਹੈ, ਹਾਰਟ ਕੱਢਿਆ ਜਾਂਦਾ ਹੈਗਾ। ਦੋ ਮੇਰੇ ਕੋਲ ਐਡਮਿਟ ਹੋਏ, ਮੇਰੇ ਆਪਣੇ ਨਾਲ ਦੇ ਮੈਡੀਸਨ ਡਿਪਾਰਟਮੈਂਟ ਦੇ, ਕਈ ਹੋਰ ਡਿਪਾਰਟਮੈਂਟਸ ਦੇ ਵੀ ਸਾਡੇ ਕੋਲ ਐਡਮਿਟ ਹੋਏ, ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਕਿੰਨੇ ਸਾਡੇ ਕੋਲ ਐਡਮਿਟ ਹੋਏ ਨੇ। ਜੇ ਇੰਨੀ ਮਾੜੀ ਫੈਸਿਲਿਟੀ ਹੋਵੇ ਸਾਡੀ ਤਾਂ ਅਸੀਂ ਆਪ ਕਿਉਂ ਉੱਥੇ ਐਡਮਿਟ ਹੋਈਏ। ਮੈਂ ਸਿੰਪਲ ਜੀ ਤੁਹਾਨੂੰ ਅਰਥਮੈਟਿਕਸ ਨਾਲ ਦੱਸਦਾ ਵੀ ਇਹ ਸੋਚੋ ਵੀ ਜੇ ਕਿਸੇ ਦੀ ਸੈਚੂਰੇਸ਼ਨ 100% ਆ ਤਾਂ ਉਹਦੇ ਕੋਲ 1 ਕਰੋੜ ਰੁਪਏ, ਜੇ ਉਹਦੀ ਸੈਚੂਰੇਸ਼ਨ 94% ਹੈਗੀ ਆ ਤਾਂ ਉਹਦੇ ਕੋਲ 10 ਲੱਖ ਰੁਪਏ ਰਹਿ ਗਿਆ। ਜੇ ਉਹਦੀ 90% ਆ ਤਾਂ 10,000 ਹੀ ਆ ਉਹਦੇ ਕੋਲ। ਤਾਂ 90 ਤੇ 85 ਵਿੱਚ ਆਣੀ ਸ਼ੁਰੂ ਤਾਂ ਘਬਰਾਹਟ ਸ਼ੁਰੂ ਕਰ ਲਓ, ਮਤਲਬ ਡਰ ਜਾਓ ਉਸ ਟਾਈਮ। 94 ਤੋਂ ਨੀਚੇ ਬਹੁਤ ਜ਼ਿਆਦਾ ਡਰ ਜਾਣਾ ਚਾਹੀਦਾ। ਇਹੋ ਜਿਹੀ ਲੜਾਈ ਲੜ ਰਹੇ ਨੇ ਜਿਹੜੀ ਸਮਝ ਹੀ ਨਹੀਂ ਹੈ ਕਿ ਦੁਸ਼ਮਣ ਕਿਹੋ ਜਿਹਾ, ਉਹ ਵੀ ਬਦਲਦਾ ਆ ਰਿਹਾ ਹੈਗਾ। ਉਤੋਂ ਇਹੋ ਜਿਹੇ ਇਲਜ਼ਾਮ ਲੱਗਦੇ ਨੇ, ਪਰ ਇਸ ਤਰ੍ਹਾਂ ਦੇ ਘੰਟੇ ਕੰਮ ਕਰਨਾ ਪੈ ਰਿਹਾ ਹੈਗਾ, ਔਖਾ ਪੈ ਰਿਹਾ ਹੋਣਾ ਤੁਹਾਨੂੰ। They all started blaming the doctors ਕਿ ਰਾਤ ਡਾਕਟਰਾਂ ਦੀ ਟੀਮ ਗਈ, ਉਹਨਾਂ ਨੇ 6 ਬੰਦੇ ਜ਼ਹਿਰ ਦਾ ਟੀਕਾ ਲਾ ਕੇ ਮਾਰਤੇ, ਫਿਰ ਉਹਨਾਂ ਦੇ ਹਾਰਟ ਕੱਢ ਕੇ ਦੂਸਰੇ ਬੰਦਿਆਂ ਨੂੰ ਪਾਤੇ। ਰਾਤੋਂ ਰਾਤ 6 ਹਾਰਟ ਟ੍ਰਾਂਸਪਲਾਂਟ ਹੋ ਗਏ ਰਜਿੰਦਰਾ ਦੇ ਵਿੱਚ ਤੇ ਉਹ ਬੰਦੇ ਭੇਜਤੇ ਗਏ ਰਾਤੋਂ ਰਾਤ ਟ੍ਰਾਂਸਪਲਾਂਟ ਕਰਕੇ। ਡੂ ਯੂ ਰੀਅਲੀ ਥਿੰਕ ਇਟ ਇਜ਼ ਪੋਸੀਬਲ ਕਿ ਪੂਰਾ ਖਿਆਲ ਨਹੀਂ ਰੱਖਿਆ ਜਾ ਰਿਹਾ ਅੰਦਰ ਪੇਸ਼ੈਂਟਸ ਨਾਲ? ਕਿਉਂ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਹੈ, ਬਿਕੋਜ਼ ਜਿਹੜਾ ਪਰਿਵਾਰ ਹੈ ਉਹ ਵੀ ਘਬਰਾਇਆ ਹੁੰਦਾ ਹੈਗਾ। ਸੋ ਸਾਨੂੰ ਹੁਣ ਫੋਨਸ ਨਾਲ ਆਦਤ ਵੀ ਪੈ ਗਈ ਹੈ, WhatsApp ਨਾਲ ਵੀ, ਕਿ ਮਿੰਟ ਪਲ ਬਾਅਦ ਤੁਸੀਂ ਠੀਕ ਹੋ, ਠੀਕ ਘੰਟੇ ਬਾਅਦ ਹਾਲ ਪੁੱਛਣ ਦੀ ਆਦਤ ਪੈ ਗਈ ਹੈ। ਬਟ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਕਿ ਹੁਣ ਜਿਹੜੇ ਪੇਸ਼ੈਂਟ ਆ ਰਹੇ ਨੇਗੇ ਸੈਚੂਰੇਸ਼ਨ 30%, 40%, 50% ਅਨਰਿਕਾਰਡੇਬਲ, ਉੱਥੇ ਉਹਨਾਂ ਨੂੰ ਬਚਾਉਣਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਕਈ ਪੇਸ਼ੈਂਟ ਹੁੰਦੇ ਨੇ ਜੋ ਗੱਲ ਨਹੀਂ ਕਰ ਸਕਦੇ, ਜਾਂ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੇ ਨੇ, ਜਾਂ ਉਹਨਾਂ ਦੇ ਐਂਗਜ਼ਾਇਟੀ ਬੜੀ ਹੁੰਦੀ ਹੈ, ਤਾਂ ਅਸੀਂ ਵੀਡੀਓ ਕਾਲ ਵੀ ਕਰਾਉਂਦੇ ਹਾਂ ਉਹਨਾਂ ਦੇ ਰਿਲੇਟਿਵਸ ਨਾਲ। ਸੋ ਵੀ ਹੈਵ ਪਲੇਸਡ ਐਵਰੀਥਿੰਗ ਲਾਈਕ ਦੈਟ। ਇਸ ਦੇ ਬਾਵਜੂਦ ਲੋਕ ਖੁਸ਼ ਨਹੀਂ ਹੈ। ਹੁਣੇ ਹਾਲ ਵਿੱਚ ਇੱਕ ਕੰਟਰੋਵਰਸੀ ਹੋਈ, ਬਠਿੰਡਾ ਤੋਂ ਨਰਸਿਸ ਆਈਆਂ, ਤਾਂ ਉਹਨਾਂ ਦੇ ਜੇ ਇੱਕ ਕੋਈ ਸਵਾਲ ਹੈ ਵੀ ਉੱਠਦਾ, ਜੇ ਉਹਨਾਂ ਦਾ ਹੀ ਖਿਆਲ ਨਹੀਂ ਰੱਖਿਆ ਜਾਂਦਾ ਫਿਰ ਪੇਸ਼ੈਂਟ ਦਾ ਕੀ? ਕਿ ਉਹ ਜੋ ਕਹਿ ਰਹੇ ਸੀ ਕਿ ਸਾਨੂੰ ਪੀਪੀ ਕਿਟ ਵੀ ਨਹੀਂ ਪਾਣੀ ਆਉਂਦੀ, ਅਸੀਂ ਸੈਂਪਲਿੰਗ ਵੀ ਨਹੀਂ ਕਰ ਸਕਦੇ ਹੈਗੇ। ਸੋ ਆਈ ਰੀਅਲੀ ਡੋਂਟ ਨੋ ਕਿ ਉਹਨਾਂ ਨੇ ਕੁਝ ਇਹੋ ਜਿਹਾ ਵਰਕਡ ਓਵਰ देयर অর ਨਾਟ। ਇਹੋ ਜਿਹੀਆਂ ਕੁਝ ਤਸਵੀਰਾਂ ਸ਼ੋਅ ਕੀਤੀਆਂ ਜਿੱਥੇ ਉਹ ਬਾਹਰ ਜ਼ਮੀਨ ਤੇ ਪਏ ਹੋਏ ਹੈ, ਰਹਿਣ ਦੀ ਜਗ੍ਹਾ ਨਹੀਂ ਹੈ। ਬਾਤ ਦਿੱਲੀ ਤੋਂ ਵੀ ਕੇਸਿਸ ਆ ਰਹੇ ਨੇ, ਬਾਕੀ ਸਟੇਟਸ ਤੋਂ ਵੀ ਆ ਰਹੇ ਨੇ। ਸੋ ਕਿ ਪੰਜਾਬ ਦੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਕਦੀ ਨਾ ਕਰਨੀ ਪੈਂਦੀ ਹੈ, ਬਿਕੋਜ਼ ਪੰਜਾਬ ਦੇ ਕੇਸਿਸ ਵੀ ਵੱਧ ਰਹੇ ਨੇ। ਪੇਸ਼ੈਂਟ ਨੂੰ ਮੈਨੂੰ ਕੁਛ ਹੀ ਦਿਨ ਪਹਿਲਾਂ ਮਿਲਿਆ, ਉਹ ਬਾਹਰ ਬਹੁਤ ਲੜ ਰਿਹਾ ਸੀ, ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ। ਕਹਿੰਦਾ ਮੇਰੇ ਮਰੀਜ਼ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਮੈਂ ਕਿਹਾ ਕੀ ਤੇਰੇ ਮਰੀਜ਼ ਨੂੰ ਖਾਣਾ ਮਿਲ ਗਿਆ? ਕਹਿੰਦਾ ਹਾਂਜੀ, ਉਹ ਤਾਂ ਇੱਥੋਂ ਜਾਂਦਾ ਮਿਲ ਗਿਆ, ਕਿਉਂਕਿ ਗਵਰਨਮੈਂਟ ਵੱਲੋਂ ਰੈਗੂਲਰਲੀ ਵੈਰੀ ਹਾਈਜੀਨਿਕ ਫੂਡ ਪ੍ਰੋਪਰਲੀ ਪੈਕਡ ਤਿੰਨੋਂ ਟਾਈਮ ਜਾਂਦਾ, ਦੁੱਧ ਜਾਂਦਾ, ਚਾਹ ਜਾਂਦੀ। ਕਹਿੰਦਾ ਮਿਲ ਗਿਆ। ਦੈਨ ਆਈ ਆਸਕ ਕੇ ਉਹਦੀ ਦਵਾਈ ਸਾਰੀ ਲੱਗ ਗਈ? ਕਹਿੰਦਾ ਦਵਾਈ ਵੀ ਲੱਗ ਗਈ। ਮੈਂ ਕਿਹਾ ਆਕਸੀਜਨ ਲੱਗੀ ਹੋਈ ਹੈ? ਕਹਿੰਦਾ ਹਾਂਜੀ ਆਕਸੀਜਨ ਲੱਗੀ ਹੋਈ ਹੈ। ਤਾਂ ਮੈਂ ਕਿਹਾ ਪ੍ਰੋਬਲਮ ਕਿੱਥੇ ਹੈਗੀ? ਕਹਿੰਦਾ ਮੈਂ ਉਹਨੂੰ 2 ਅਮਰੂਦ ਭੇਜੇ ਸੀਗੇ, 2 ਘੰਟੇ ਹੋ ਗਏ ਮਿਲੇ ਨਹੀਂ। ਅਸੀਂ ਬਹੁਤ ਕੁਝ ਸੁਣਿਆ ਹੈ ਰਜਿੰਦਰਾ ਹਸਪੀਟਲ ਦੀ ਮੈਨੇਜਮੈਂਟ ਬਾਰੇ, ਬਹੁਤ ਅਫਵਾਹਾਂ ਆ ਰਹੀਆਂ ਕਿ ਲੋਕ, ਔਰ ਇਸ ਦੇ ਬਾਰੇ ਸੱਚ ਆਉਣਾ ਜ਼ਰੂਰੀ ਇਸ ਕਰਕੇ ਕਿਉਂਕਿ ਜਦ ਅਫਵਾਹਾਂ ਆਉਂਦੀਆਂ ਤਾਂ ਡਰ ਫੈਲਦਾ ਹੈ, ਔਰ ਡਰ ਨਾਲ ਲੋਕ ਇਲਾਜ ਲੈਣ ਲਈ ਆਉਂਦੇ ਵਕਤ 'ਤੇ। ਸੋ ਇਸ ਕਰਕੇ ਅਸੀਂ ਡਾਕਟਰ ਸਿੱਬਿਆ ਨਾਲ ਬੈਠੇ ਹਾਂ, ਜੋ ਕਿ ਰਜਿੰਦਰਾ ਹਸਪੀਟਲ ਦੇ ਕੋਵਿਡ ਇੰਚਾਰਜ ਨੇ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਮੈਂ ਇਲਜ਼ਾਮਾਂ ਤੋਂ ਸ਼ੁਰੂ ਕਰਦੀ ਹਾਂ ਬਿਫੋਰ ਕਿ ਤੁਸੀਂ ਕੰਮ ਕੀ ਕੀਤਾ ਹੈਗਾ, ਕਿ ਇਹ ਇਲਜ਼ਾਮ ਲੱਗ ਰਹੇ ਹੈ ਕਿ ਰਜਿੰਦਰਾ ਹਸਪੀਟਲ ਦੀ ਮੈਨੇਜਮੈਂਟ ਠੀਕ ਨਹੀਂ ਹੈ। ਇੱਥੇ ਜ਼ਿੰਦਾ ਬੰਦੇ ਅੰਦਰ ਆਉਂਦੇ ਹੈ ਤੇ ਮੁਰਦਾ ਬਾਹਰ ਆਉਂਦੇ ਨੇ। ਇੱਥੇ ਮਰਨ ਤੋਂ ਬਾਅਦ ਉਹਨਾਂ ਦੇ ਜਾਣ ਕੇ ਮਰ ਜਾਂਦੇ ਹੈ, ਕਿਡਨੀ ਹਾਰਵੈਸਟਿੰਗ ਹੁੰਦੀ ਹੈ, ਹਾਰਟ ਕੱਢਿਆ ਜਾਂਦਾ ਹੈਗਾ। ਥੀਜ਼ ਆਰ ਆਲ ਵੈਰੀ ਬੇਸਲੈਸ ਰਿਊਮਰਸ। ਇਹਨਾਂ ਦਾ ਕੋਈ ਆਧਾਰ ਨਹੀਂ, ਜੋ ਚੀਜ਼ ਪੋਸੀਬਲ ਹੀ ਨਹੀਂ ਹੈ। ਸਿੰਪਲ ਜੀ ਗੱਲ ਦੱਸਦਾ, 4 ਬੰਦੇ ਮੇਰੇ ਕੋਲ ਆਉਂਦੇ ਨੇ ਐਂਡ ਦੇ ਆਲ ਸਟਾਰਟਡ ਬਲੇਮਿੰਗ ਦ ਡਾਕਟਰਸ ਕਿ ਰਾਤ ਡਾਕਟਰਾਂ ਦੀ ਟੀਮ ਗਈ, ਉਹਨਾਂ ਨੇ 6 ਬੰਦੇ ਜ਼ਹਿਰ ਦਾ ਟੀਕਾ ਲਾ ਕੇ ਮਾਰਤੇ, ਫਿਰ ਉਹਨਾਂ ਦੇ ਹਾਰਟ ਕੱਢ ਕੇ ਦੂਸਰੇ ਬੰਦਿਆਂ ਨੂੰ ਪਾਤੇ। ਰਾਤੋਂ ਰਾਤ 6 ਹਾਰਟ ਟ੍ਰਾਂਸਪਲਾਂਟ ਹੋ ਗਏ ਰਜਿੰਦਰਾ ਦੇ ਵਿੱਚ ਤੇ ਉਹ ਬੰਦੇ ਭੇਜਤੇ ਗਏ ਰਾਤੋਂ ਰਾਤ ਟ੍ਰਾਂਸਪਲਾਂਟ ਕਰਕੇ। ਡੂ ਯੂ ਰੀਅਲੀ ਥਿੰਕ ਇਟ ਇਜ਼ ਪੋਸੀਬਲ? ਇਹੋ ਜਿਹੀਆਂ ਅਫਵਾਹਾਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ, ਜਿਨ੍ਹਾਂ ਨੂੰ ਸੁਣ ਕੇ
ਕੋਈ ਵੀ ਪੜ੍ਹਿਆ ਲਿਖਿਆ ਬੰਦਾ ਸੱਚ ਮੰਨ ਹੀ ਨਹੀਂ ਸਕਦਾ। ਮੈਨੂੰ ਸਮਝ ਨਹੀਂ ਪੈਂਦੀ ਕਿ ਇਹ ਕਿਉਂ ਕਹੀਆਂ ਜਾ ਰਹੀਆਂ, ਪਰ ਇਹਨਾਂ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਬੇਸ ਨਹੀਂ ਹੈ। ਕੋਈ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਹਾਂ ਮੈਂ ਜ਼ਰੂਰ ਮੰਨਦਾ, ਜਿਵੇਂ ਕਿ ਸਾਰੀ ਦੁਨੀਆ ਦੇ ਉੱਪਰ, ਇਕੱਲੇ ਪਟਿਆਲੇ ਨਹੀਂ, ਪੰਜਾਬ 'ਚ ਨਹੀਂ, ਇੰਡੀਆ 'ਚ ਨਹੀਂ, ਪੂਰੀ ਦੁਨੀਆ ਦੇ ਵਿੱਚ ਕੋਵਿਡ-19 ਨਮੂਨੀਆ ਨਾਲ ਡੈਥਸ ਹੋ ਰਹੀਆਂ ਨੇ, ਉਸੇ ਤਰ੍ਹਾਂ ਰਜਿੰਦਰਾ ਹਸਪਤਾਲ 'ਚ ਵੀ ਹੋ ਰਹੀਆਂ ਨੇ। ਇੱਥੇ ਡੈਥ ਰੇਟ ਜ਼ਿਆਦਾ ਕਿਉਂ ਹੈ? ਇੱਥੇ ਡੈਥ ਰੇਟ ਜ਼ਿਆਦਾ ਨਹੀਂ ਹੈ। ਡੈਥ ਰੇਟ ਇਜ਼ ਕੰਪੈरेबल ਟੂ ਆਲ ਅਦਰ ਪਲੇਸਿਸ, ਬਟ ਯੈਸ ਦ ਨੰਬਰ ਆਫ ਡੈਥਸ ਆਰ ਮੋਰ। ਨਾਓ ਲੈਟ ਮੀ ਟੈਲ ਯੂ ਕਿ ਰਜਿੰਦਰਾ ਹਸਪਤਾਲ ਪਟਿਆਲਾ ਜੋ ਹੈ ਉਹ ਪੰਜਾਬ ਦੀ ਔਰ ਮੇਰੇ ਖਿਆਲ 'ਚ ਇਸ ਪੂਰੇ ਏਰੀਏ ਦੀ, ਹਰਿਆਣਾ ਵਗੈਰਾ ਸਾਰਾ ਕੁਝ ਕੰਬਾਈਨ ਕਰਕੇ ਜੇ ਵੀ ਤੁਸੀਂ ਦੇਖੋ ਤਾਂ ਸਭ ਤੋਂ ਵੱਡੀ ਫੈਸਿਲਿਟੀ ਹੈ, ਜਿੱਥੇ ਕਿ 600 ਆਈਸੋਲੇਸ਼ਨ ਬੈੱਡ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਵਿਡ ਆਉਣ ਤੋਂ ਪਹਿਲਾਂ ਸਾਡੇ ਕੋਲ 18 ਆਈਸੋਲੇਸ਼ਨ ਬੈੱਡ ਸੀ। ਸੋ ਇਹ ਤੁਸੀਂ ਪਿਛਲੇ ਸਾਲ ਦੀ ਗੱਲ ਕਰ ਰਹੇ ਹੋ? ਪਿਛਲੇ ਸਾਲ ਕੋਵਿਡ ਤੋਂ ਪਹਿਲਾਂ ਵੀ ਹੈਡ, ਜਿਵੇਂ ਸਵਾਈਨ ਫਲੂ ਆਉਂਦਾ ਸੀ, ਹੋਰ ਆਉਂਦੇ ਸੀ, ਤਾਂ ਸਾਡੇ ਕੋਲ 18 ਬੈੱਡ ਦੀ ਆਈਸੋਲੇਸ਼ਨ ਫੈਸਿਲਿਟੀ ਸੀ। ਬਟ ਇਨ ਮਾਰਚ ਓਨਲੀ, ਵਿਦ ਦ ਹੈਲਪ ਆਫ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਵਿਦ ਦ ਹੈਲਪ ਆਫ ਦ ਗਵਰਨਮੈਂਟ, we were able to create a 600 beds facility, and all these 600 beds, they are oxygen beds. कोई भी इस simple bed नहीं है, all 600 beds have oxygen facility. उदों से start किया सी 88 L3 beds नाल। L3 मतलब ਜਿਹੜੇ ਬਹੁਤ L3 ਜਿਹੜੇ critical case ਹੁੰਦੇ ਨੇ, those are the L3 beds। ਹੁੰਦੇ ਜਦੋਂ ਇਹ ਵੇਵ ਆਈ ਤਾਂ ਅਸੀਂ 88 ਤੋਂ ਵਧਾ ਕੇ 100 ਕੀਤੇ, 120, 150, 170, 200, 240, ਸਰ 600 ਬੈੱਡ ਤੁਸੀਂ ਕਦ ਸੈਕਿੰਡ ਵੇਵ ਵਿੱਚ ਬਣਾਏ ਸੀ ਕਿ ਪਹਿਲੇ ਤੋਂ? ਅਸੀਂ ਪਹਿਲਾਂ ਹੀ ਬਣਾ ਲਏ ਸੀ। ਸੋ ਪਹਿਲਾਂ ਹੀ ਰੈਡੀ ਸੀਗੇ? ਹਾਂਜੀ, ਬਟ L3 beds we increased in this wave, seeing the number of patients, seeing the gravity of the situation, we stretched ourselves and we were able to create a 280 bedded L3 facility, critical। So L3 ਜਿਹੜੀ ਹੁੰਦੀ ਉਹਦੇ ਵੈਂਟੀਲੇਟਰ ਵੀ ਹੁੰਦਾ ਹੈ? Yes, they are all having high flow oxygen and ventilators। ਸੋ ਜੇ ਤੁਸੀਂ ਦੇਖੋ ਤਾਂ ਪਿਛਲੀ ਵੇਵ ਨਾਲ ਕੰਪੇਅਰ ਕਰੀਏ, ਸਾਡੇ ਕੋਲ ਐਵਰੇਜ 70 ਤੋਂ 75 ਕ੍ਰਿਟੀਕਲ ਕੇਸ ਹੁੰਦੇ ਸੀ। ਦਿਸ ਵੇਵ ਦ ਨੰਬਰ ਆਫ ਐਵਰੇਜ ਕੇਸਿਸ ਇਨਕਰੀਜ਼ ਟੂ 220। ਜਿਹੜੇ ਬਹੁਤ ਸੀਰੀਅਸਲੀ ਕ੍ਰਿਟੀਕਲ ਕੇਸ ਦੀ ਗੱਲ ਕਰ ਰਹੇ ਹਾਂ, ਕ੍ਰਿਟੀਕਲ ਤੇ ਪਹੁੰਚ ਜਾਂਦੇ, ਉੱਥੇ ਡੈਥ ਰੇਟ ਜਾਂ ਡੈਥ ਦੇ ਚਾਂਸਸ ਜ਼ਿਆਦਾ ਕਿਉਂ ਹੋ ਜਾਂਦੇ? ਜੇ ਵੈਂਟੀਲੇਟਰ ਵੀ ਪੈ ਗਿਆ ਤਾਂ ਫਿਰ ਵੀ ਕਿਉਂ? ਦਿਸ ਇਜ਼ whosoever is critical, wherever it is, ਉੱਥੇ ਡੈਥ ਰੇਟ ਹਮੇਸ਼ਾ ਹੀ ਜ਼ਿਆਦਾ ਹੋਏਗਾ। The recovery rate of critical cases is of course low all over the world with COVID-19, ਕਿਉਂਕਿ ਆਪਣੇ ਕੋਲ COVID-19 ਦੀ ਡਾਇਰੈਕਟ ਕੋਈ ਦਵਾਈ ਨਹੀਂ ਹੈ। ਜਿਸ ਤਰ੍ਹਾਂ ਮਲੇਰੀਆ, ਟਾਈਫਾਇਡ, ਟੂਬਰਕਲੋਸਿਸ ਦੀ ਆਪਾਂ ਨੂੰ ਪਤਾ ਹੈ ਐਂਟੀ ਟੂਬਰਕਲੋਸਿਸ ਟ੍ਰੀਟਮੈਂਟ ਹੈਗਾ, ਮਲੇਰੀਆ ਦੀ ਟ੍ਰੀਟਮੈਂਟ ਦੇ ਸਕਦੇ ਹਾਂਗੇ। ਉਸ ਤਰ੍ਹਾਂ COVID-19 ਦੀ ਡਾਇਰੈਕਟ ਕੋਈ ਦਵਾਈ, ਐਂਟੀਵਾਇਰਲ ਇੰਨਾ ਇਫੈਕਟਿਵ ਏਜੰਟ ਕੋਈ ਨਹੀਂ ਹੈਗਾ। So naturally, जो भी treatment possible है, we follow all the international and national and Punjab government guidelines which are given, changed time to time. So we are abreast. We have got an expert group which has doctors from doctor ਜਿਹੜੇ ਨੇ expert group 'ਚ ਉਹ ਅਮਰੀਕਾ ਤੋਂ ਵੀ ਨੇ, ਇੰਗਲੈਂਡ ਤੋਂ ਵੀ ਨੇ, PGI ਤੋਂ ਵੀ ਨੇ, ਏਮਸ ਤੋਂ ਵੀ ਸਾਡੇ ਨਾਲ ਰੈਗੂਲਰਲੀ ਜੁੜਦੇ ਰਹਿੰਦੇ ਨੇ, ਪਟਿਆਲਾ, ਅੰਮ੍ਰਿਤਸਰ, DMC। ਸੋ ਵੀ ਆਲ ਹੈਵ ਫਰੇਮਡ ਗਾਈਡਲਾਈਨਸ, ਫਰੇਮ ਕਰਦੇ ਹਾਂ, ਉਹਨਾਂ ਮੁਤਾਬਕ ਚੱਲਦੇ ਹਾਂ ਸਾਰਾ ਕੁਝ। ਸੋ ਉਹਦੇ ਵਿੱਚ ਜੋ ਵੀ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ, ਚਾਹੇ ਉਹ ਰੈਮਡੈਸਿਵਿਰ ਹੈ, ਚਾਹੇ ਉਹ ਲੋ ਡੋਜ਼ ਸਟੀਰੋਇਡਸ ਨੇ, ਚਾਹੇ ਉਹ ਲੋ ਮੋਲੀਕੂਲਰ ਵੇਟ ਹੈਪਰਿਨ ਹੈ, ਹਰ ਕਿਸਮ ਦੇ ਐਂਟੀਬਾਇਓਟਿਕ, ਹਰ ਕਿਸਮ ਦੀ ਆਕਸੀਜਨ ਡਿਲੀਵਰੀ ਡਿਵਾਈਸਿਸ, ਚਾਹੇ ਉਹ ਨਾਨ ਰੀਬਰੀਦੇਬਲ ਮਾਸਕ ਹੈ, ਚਾਹੇ ਉਹ ਹਾਈ ਫਲੋ ਨੇਜ਼ਲ ਕੈਨਲ ਹੈ, ਚਾਹੇ ਉਹ ਵੈਂਟੀਲੇਟਰ ਨੇ, ਇਹ ਸਾਰਾ ਕੁਝ ਰਜਿੰਦਰਾ ਹਸਪਤਾਲ ਦੇ ਵਿੱਚ ਅਵੇਲੇਬਲ ਹੈ। ਐਂਡ ਸਭ ਤੋਂ ਅੱਛੀ ਗੱਲ ਇਹ ਹੈ ਕਿ ਹਰ ਚੀਜ਼ ਇਟ ਇਜ਼ ਫ੍ਰੀ ਆਫ ਕਾਸਟ। ਉਹ ਸਾਰੇ ਮਰੀਜ਼ਾਂ ਲਈ, ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਇਟ ਇਜ਼ ਟੋਟਲੀ ਫ੍ਰੀ। ਖਾਣਾ, ਚਾਹ, ਦੁੱਧ, ਇਟ ਇਜ਼ ਟੋਟਲੀ ਫ੍ਰੀ। ਜਦੋਂ ਮਰੀਜ਼ ਆ ਜਾਂਦਾ, ਆਉਣ ਤੋਂ ਬਾਅਦ ਉਹਦੀ ਛੁੱਟੀ ਹੋਣ ਤੱਕ ਉਹਦਾ ਕਿਸੇ ਵੀ ਕਿਸਮ ਦਾ, ਕਿਸੇ ਵੀ ਦਵਾਈ ਦਾ, ਕਿਸੇ ਵੀ ਖਾਣੇ ਦਾ ਕੋਈ ਖਰਚਾ ਨਹੀਂ ਹੁੰਦਾ। ਸਰ ਪਰ ਤੁਸੀਂ ਜਿਹੜਾ ਇਹ ਸਾਰੇ ਪੇਸ਼ੈਂਟ ਦੇਖ ਰਹੇ ਹੋ, ਤੁਸੀਂ ਆਲ ਓਵਰ ਆਈ ਬਿਲੀਵ ਦਿੱਲੀ ਤੋਂ ਵੀ ਕੇਸਿਸ ਆ ਰਹੇ ਨੇ, ਬਾਕੀ ਸਟੇਟਸ ਤੋਂ ਵੀ ਆ ਰਹੇ ਨੇ। ਸੋ ਕੀ ਪੰਜਾਬ ਦੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਕਦੀ ਨਾ ਕਰਨੀ ਪੈਂਦੀ ਹੈ ਬਿਕੋਜ਼ ਪੰਜਾਬ ਦੇ ਕੇਸਿਸ ਵੀ ਵੱਧ ਰਹੇ ਨੇ? ਫੋਰਚੂਨੇਟਲੀ
ਅੱਜ ਤੱਕ ਜਿਆਦਾ ਕੋਵਿਡ ਸ਼ੁਰੂ ਹੋਇਆ ਪਿਛਲੇ ਮਾਰਚ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਬਾਏ ਦ ਗ੍ਰੇਸ ਆਫ ਗੋਡ ਅਸੀਂ ਇੱਕ ਵੀ ਬੰਦੇ ਨੂੰ ਨਾ ਨਹੀਂ ਕੀਤੀ ਹੈ, ਚਾਹੇ ਉਹ ਹਰਿਆਣੇ ਤੋਂ ਆਉਂਦੇ ਨੇ, ਚਾਹੇ ਉਹ ਉੱਤਰਾਖੰਡ ਤੋਂ ਆਉਂਦੇ ਨੇ, ਚਾਹੇ ਦਿੱਲੀ NCR ਤੋਂ ਆਉਂਦੇ ਨੇ। ਟਿਲ ਡੇਟ ਅਸੀਂ ਐਡਮਿਟ ਕਰਨ ਤੋਂ ਬਾਅਦ ਉਹਨਾਂ ਦਾ ਐਡਰੈਸ ਲੈਂਦੇ ਆਂਗੇ, ਉਸ ਤੋਂ ਬਾਅਦ ਉਹਦਾ ਨਾਮ ਪੁੱਛਦੇ ਹਾਂ, ਐਡਰੈਸ ਲੈਂਦੇ ਹਾਂ, ਬਟ ਟਿਲ ਡੇਟ ਅਸੀਂ ਕਦੇ ਵੀ ਕਿਸੇ ਨੂੰ ਵੀ ਨਾ ਨਹੀਂ ਕੀਤੀ ਹੈ। ਯੈਸ, ਇਸ ਵੇਵ ਦੇ ਵਿੱਚ ਜੇ ਤੁਸੀਂ ਦੇਖੋ ਨੰਬਰ ਆਫ ਕੇਸਿਸ ਹੀ ਨਹੀਂ ਵਧੇ ਹੈਗੇ, ਨੰਬਰ ਆਫ ਕ੍ਰਿਟੀਕਲ ਕੇਸਿਸ ਹੀ ਨਹੀਂ ਵਧੇ। ਜਿਵੇਂ ਮੈਂ ਦੱਸ ਰਿਹਾ 70-75 ਤੋਂ 220 ਤੱਕ ਹੋ ਗਏ, ਮੋਰ ਦੈਨ 3 ਟਾਈਮਸ ਹੋ ਗਏ। ਇਹ ਵਾਲੀ ਕੋਵਿਡ ਦੀ ਜੇ ਦੇਸੀ ਕੋਵਿਡ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਦੇਸੀ ਕੋਵਿਡ ਜ਼ਿਆਦਾ ਤੇਜ਼ੀ ਨਾਲ ਫੈਲਦਾ ਜਾਂ ਜ਼ਿਆਦਾ ਤੇਜ਼ੀ ਨਾਲ ਸਾਡੀ ਬਾਡੀ ਤੇ ਨੁਕਸਾਨ ਕਰਦਾ? ਮੈਂ ਉਹੀ ਦੱਸਣਾ, ਦਿਸ ਵੇਵ ਇਜ਼ ਮਚ ਮੋਰ ਸੀਵੀਅਰ, ਕਿਉਂਕਿ ਇਹ ਇਕੱਲਾ ਇਹ ਨਾ ਦੇਖੋ ਕਿ ਵੋਲਿਊਮ ਆਫ ਕੇਸਿਸ ਜ਼ਿਆਦਾ ਨੇ ਇਸ ਵੇਵ ਦੇ ਵਿੱਚ, ਮੋਰ ਦੈਨ 3 ਟਾਈਮਸ ਨੇ। ਤਾਂ ਜੇ ਸਾਡੀ ਫੈਸਿਲਿਟੀ ਵੱਡੀ ਹੈ, ਸਾਡੇ ਕੋਲ ਨੰਬਰ ਆਫ ਕ੍ਰਿਟੀਕਲ ਕੇਸਿਸ ਬਹੁਤ ਜ਼ਿਆਦਾ ਨੇ, ਤਾਂ ਨੈਚੁਰਲੀ ਨੰਬਰ ਆਫ ਡੈਥਸ ਵੀ ਜ਼ਿਆਦਾ ਹੋਣਗੀਆਂ। ਦੂਸਰੀ ਗੱਲ, ਸਾਡੇ ਕੋਲ ਜੋ ਕੇਸਿਸ ਇਸ ਵੇਲੇ ਆ ਰਹੇ ਨੇ, ਜੋ ਦਿੱਲੀ ਵਗੈਰਾ ਤੋਂ ਜਾਂ ਬਾਹਰੋਂ ਜੋ ਆਏ, ਜਿੰਨੇ ਵੀ ਆਏ, ਉਹ ਬਹੁਤ ਹੀ ਕ੍ਰਿਟੀਕਲ ਸਟੇਜ ਸੀ। ਹੁਣ ਵੀ ਕਿਉਂਕਿ ਰੈਫਰਲ ਸੈਂਟਰ ਹੈ ਸਾਡਾ 14 ਡਿਸਟ੍ਰਿਕਟਸ ਦਾ, ਸੋ ਜੇ ਅਸੀਂ ਦੇਖੀਏ ਤਾਂ ਪਿਛਲੀ ਵੇਵ ਦੇ ਵਿੱਚ ਸੈਚੂਰੇਸ਼ਨ ਨਾਰਮਲੀ ਸਾਡੇ ਕੋਲ 85, 80, 90 ਇਸ ਤਰ੍ਹਾਂ ਆ ਰਹੇ ਸੀ, ਬਟ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਕਿ ਹੁਣ ਜਿਹੜੇ ਪੇਸ਼ੈਂਟ ਆ ਰਹੇ ਨੇਗੇ ਸੈਚੂਰੇਸ਼ਨ 30%, 40%, 50% ਅਨਰਿਕਾਰਡੇਬਲ, ਉੱਥੇ ਉਹਨਾਂ ਨੂੰ ਬਚਾਉਣਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ। ਇਹ ਬੜੀ ਅਸੀਂ ਸਿੰਪਲ ਤਰੀਕੇ ਨਾਲ ਇਸ ਤੋਂ ਦੇਖਦੇ ਹਾਂ ਕਿ 45% ਆਫ ਡੈਥਸ, ਆਲਮੋਸਟ ਹਾਫ ਆਫ ਦ ਡੈਥਸ ਅਕਰ ਵਿਦਨ 1 ਡੇ। ਮਤਲਬ 45% ਲੋਕ ਇੱਕ ਦਿਨ ਦੇ ਅੰਦਰ ਅੰਦਰ ਐਡਮਿਸ਼ਨ ਦੇ ਸਾਡੇ ਕੋਲ ਡੈਥ ਹੋ ਜਾਂਦੀ ਹੈ। ਦੈਟ ਸ਼ੋਜ਼ ਕਿ ਜਦੋਂ ਆਏ ਸੀ ਉਦੋਂ ਹੀ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਸੀ। ਐਕਚੁਅਲੀ ਜਦੋਂ ਆਪਾਂ ਦਵਾਈ ਦਿੱਲੀ ਦੇ ਕਿੰਨੇ ਪੇਸ਼ੈਂਟਸ ਆਏ? ਬਿਕੋਜ਼ ਦਿੱਲੀ ਦਾ ਹਾਲ ਬਹੁਤ ਮਾੜਾ ਹੈ, ਉੱਥੇ ਬੈੱਡਸ ਵੀ ਨਹੀਂ ਸੀ। ਆਈ ਡੋਂਟ ਹੈਵ ਐਗਜ਼ੈਕਟ ਨੰਬਰ, ਪਰ ਕਾਫੀ ਆਏ, ਦਿੱਲੀ ਔਰ NCR ਚੋਂ ਕਾਫੀ ਆਏ। ਹਰਿਆਣਾ ਚੋਂ ਸ਼ੁਰੂ ਤੋਂ ਹੀ ਸਾਡੇ ਕੋਲ ਇੱਕ ਬੈਲਟ ਹੈ, ਉਹ ਸ਼ੁਰੂ ਤੋਂ ਹੀ ਪਟਿਆਲਾ ਨੂੰ ਆਉਂਦੇ ਨੇ, ਤਾਂ ਉਹ ਆਉਂਦੇ ਰਹੇ ਨੇ। ਪਰ ਦਿੱਲੀ ਦਾ ਇੰਨਾ ਲੰਬਾ ਸਫ਼ਰ, ਮਤਲਬ ਕਿੱਥੇ ਹੋਰ ਰਸਤਾ ਨਹੀਂ ਤੇ ਇੱਥੇ ਆਉਂਦੇ ਨੇ, ਐਂਡ ਉਸ ਤੋਂ ਬਾਅਦ ਕਾਫੀ ਸਥਿਤੀ ਮਾੜੀ ਹੋਈ। ਹਾਂ, ਕਾਫੀ ਡੀਸੈਚੂਰੇਟ ਕਰ ਜਾਂਦੇ ਨੇ ਉਹਨਾਂ ਦੀ, ਕਿਉਂਕਿ ਅਰਾਊਂਡ ਅਬਾਊਟ 5.5-6 ਘੰਟੇ ਦਾ ਰਸਤਾ ਹੈ ਜੋ ਦੱਸਦੇ ਨੇ ਸਾਨੂੰ ਆ ਕੇ। ਬਟ ਫੋਰਚੂਨੇਟਲੀ ਕਾਫੀ ਲੋਕ ਉਹਨਾਂ ਚੋਂ ਵੀ ਬਚ ਕੇ ਗਏ ਨੇ ਸਾਡੇ ਕੋਲੋਂ ਇੱਥੋਂ। ਸੋ ਆਲ ਇਨ ਆਲ ਦ ਥਿੰਗ ਇਜ਼ ਕਿ 60%, ਮੈਂ ਡਾਟਾ ਦੱਸ ਰਿਹਾ, 60% ਆਫ ਦ ਡੈਥ ਸਾਡੀਆਂ ਜਿਹੜੀਆਂ ਹੈ ਉਹ 48 ਘੰਟੇ ਦੇ ਅੰਦਰ ਹੋ ਰਹੀਆਂ ਨੇ। ਤੋ ਦਿਸ ਸ਼ੋਜ਼ ਦ ਗ੍ਰੈਵਿਟੀ, ਜਿਸ ਡਿਜ਼ੀਜ਼ ਸਿਵੈਰਿਟੀ ਨਾਲ ਪੇਸ਼ੈਂਟ ਸਾਡੇ ਕੋਲ ਆ ਰਿਹਾ। ਸੋ ਸਰ ਮੈਂ ਇੱਥੇ ਪੁੱਛ ਚਾਹਾਂਗੀ, ਬਿਕੋਜ਼ ਲੋਕ ਦੇਖ ਰਹੇ ਹੋਣਗੇ ਕਿ ਵੀ ਤੁਸੀਂ ਕਹਿ ਰਹੇ ਹੋ ਉਹ ਟਾਈਮ ਬੜਾ ਘੱਟ ਹੁੰਦਾ ਹੈ, ਮੌਤ ਹੋ ਜਾਂਦੀ ਹੈ, ਤੇ ਲੋਕਾਂ ਵੱਲੋਂ ਆਉਣ ਵਿੱਚ ਦੇਰੀ ਹੋ ਰਹੀ ਹੈ, ਗਲਤੀ ਕਿੱਥੇ ਹੋ ਰਹੀ ਹੈਗੀ ਹੈ? ਘਬਰਾਹਟ। ਮੇਰਾ ਆਪਣਾ ਖਿਆਲ ਹੈ ਕਿ ਜਦੋਂ ਤੁਹਾਨੂੰ ਥੋੜ੍ਹੇ ਜਿਹੇ ਵੀ ਸਿੰਪਟਮ ਹੁੰਦੇ ਨੇ ਨਾ, ਤਾਂ ਉਦੋਂ ਹੀ ਤੁਹਾਨੂੰ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ 'ਤੇ ਜਾ ਕੇ ਚੈੱਕ ਕਰਾਉਣਾ ਚਾਹੀਦਾ, ਆਪਣਾ ਕੋਵਿਡ ਦਾ ਟੈਸਟ ਕਰਾਉਣਾ ਚਾਹੀਦਾ। ਚਾਹੇ ਤੁਹਾਨੂੰ ਥੋੜ੍ਹਾ ਜਿਹਾ ਬੁਖਾਰ ਹੋਵੇ, ਥੋੜ੍ਹੀ ਜਿਹੀ ਗਲਾ ਖਰਾਬ ਹੋਵੇ, ਥੋੜ੍ਹੀ ਜਿਹੀ ਖੰਘ ਹੋਵੇ, ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਮੀਡੀਏਟਲੀ ਆਪਣਾ ਟੈਸਟ ਕਰਵਾਓ। ਉਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਡਾ ਫੋਲੋਅਪ ਸਟਾਰਟ ਹੋ ਜਾਂਦਾ। ਫੋਲੋਅਪ ਨਾਲ ਤੁਹਾਡੀ ਸੈਚੂਰੇਸ਼ਨ ਮੋਨੀਟਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਪਣੀ ਆਕਸੀਜਨ ਜੋ ਸੈਚੂਰੇਸ਼ਨ, ਆਕਸੀਜਨ ਦੇਖਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ। ਔਰ ਬੜੀ ਅਰਲੀ ਸਟੇਜ 'ਤੇ ਜਦੋਂ ਤੁਹਾਡੀ ਆਕਸੀਜਨ ਸੈਚੂਰੇਸ਼ਨ 95 ਜਾਂ 94% ਹੁੰਦੀ ਹੈ, ਤਾਂ ਤੁਸੀਂ ਜੇ ਉਸ ਵੇਲੇ ਦਾਖਲ ਹੋ ਜਾਂਦੇ ਹੋ ਤਾਂ ਬਚਣ ਦੇ ਚਾਂਸ ਕਾਫੀ ਜ਼ਿਆਦਾ ਹੁੰਦੇ ਨੇ, ਬਜਾਏ ਕਿ ਜੇ ਤੁਸੀਂ ਆਕਸੀਜਨ ਸੈਚੂਰੇਸ਼ਨ ਹੀ 50%, 60%, 40% ਨਾਲ ਆਓਗੇ। 90 ਤੇ 85 ਵਿੱਚ ਆਣੀ ਸ਼ੁਰੂ ਤਾਂ ਘਬਰਾਹਟ ਸ਼ੁਰੂ ਕਰ ਲਓ, ਮਤਲਬ ਡਰ ਜਾਓ ਉਸ ਟਾਈਮ। 94 ਤੋਂ ਨੀਚੇ ਬਹੁਤ ਜ਼ਿਆਦਾ ਡਰ ਜਾਣਾ ਚਾਹੀਦਾ। ਅੱਛਾ, 94 ਤੋਂ ਥੱਲੇ? ਹਾਂ, ਤੁਸੀਂ ਤੁਹਾਨੂੰ ਲੱਗੇਗਾ ਕਿ ਨਾਰਮਲੀ ਅਸੀਂ ਕਹਿੰਦੇ ਵੀ 97% ਹੈ, 98% ਹੈ, ਤੇ 94% 'ਤੇ ਕਿੰਨਾ ਕੁ ਫਰਕ ਪੈ ਜਾਊਗਾ ਜਾਂ 92 'ਤੇ ਕਿੰਨਾ ਕੁ ਫਰਕ ਪਊਗਾ। ਮੈਂ ਸਿੰਪਲ ਜੀ ਤੁਹਾਨੂੰ ਅਰਥਮੈਟਿਕਸ ਨਾਲ ਦੱਸਦਾ ਵੀ ਇਹ ਸੋਚੋ ਵੀ ਜੇ ਕਿਸੇ ਦੀ ਸੈਚੂਰੇਸ਼ਨ 100% ਹੈ ਤਾਂ ਉਹਦੇ ਕੋਲ 1 ਕਰੋੜ ਰੁਪਏ। ਜੇ ਉਹਦੀ ਸੈਚੂਰੇਸ਼ਨ 94% ਹੈਗੀ ਹੈ ਤਾਂ ਉਹਦੇ ਕੋਲ 10 ਲੱਖ ਰੁਪਏ ਰਹਿ ਗਿਆ। ਜੇ ਉਹਦੀ 90% ਹੈ ਤਾਂ 10,000 ਹੀ ਹੈ ਉਹਦੇ ਕੋਲ। ਸੋ ਉਹਨੂੰ ਆਪਾਂ ਲੀਨੀਅਰ ਸਕੇਲ 'ਤੇ ਨਹੀਂ ਦੇਖਣਾ ਹੈ ਬਈ, ਇਹ ਨਹੀਂ ਦੇਖਣਾ ਵੀ ਤੁਸੀਂ ਦੂਜੀ ਪਾਸੇ, ਮਤਲਬ ਇਹ 94% ਸਿੱਧਾ 1 ਕਰੋੜ ਤੋਂ ਤੁਸੀਂ 90,000 ਤੇ ਲਿਆਏ। ਹਾਂ, 94% 90% ਇੰਨਾ ਫਰਕ ਸਾਡੇ ਲਈ ਹੈ ਮੈਡੀਕਲੀ, ਤੇ 60% ਵਾਲਾ ਤਾਂ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਜਾਂਦਾ ਉਸ ਹਿਸਾਬ ਨਾਲ। ਸੋ ਸਾਡੇ ਕੋਲ ਜੋ ਐਵਰੇਜ ਬਣ ਰਹੀ ਹੈ ਉਹ 50 to 60% ਸੈਚੂਰੇਸ਼ਨ। ਅੱਛਾ, 90 ਤੱਕ ਜਦ ਮੈਂ ਵੀ ਕੋਵਿਡ ਹੋਇਆ ਸੀ, 90 ਤੱਕ ਮੈਂ ਵੀ ਧਿਆਨ ਨਹੀਂ ਦਿੱਤਾ ਕਿ 90 ਬਹੁਤ ਹੈਗਾ। 90 ਇਜ਼ ਮਤਲਬ 94 ਤੋਂ ਨੀਚੇ ਮੋਡਰੇਟ ਹੋ ਜਾਂਦਾ, ਤੇ 90 ਤੋਂ ਨੀਚੇ ਤਾਂ ਸੀਵੀਅਰ ਸਟੇਟ 'ਚ ਚਲੇ ਗਏ ਆਪਾਂ, ਸੀਵੀਅਰ ਕੋਵਿਡ ਹੋ ਗਿਆ ਆਪਾਂ ਨੂੰ।
ਸੋ ਇਹ ਗਲਤਫਹਿਮੀਆਂ ਫੈਲੀਆਂ ਇਹ ਹੋਈਆਂ। ਗਲਤਫਹਿਮੀਆਂ ਨੂੰ ਕਿ ਮੇਰੀ ਤਾਂ ਹਾਲੇ 90% ਹੈਗੀ ਹੈ, ਨਹੀਂ, ਆਪਾਂ ਨੂੰ ਇਹ ਸੋਚਣਾ ਚਾਹੀਦਾ ਮੇਰੀ ਤਾਂ ਸਿਰਫ 92% ਰਹਿ ਗਈ ਹੈ। ਸੋ ਜੇ ਆਪਣਾ ਮਾਈਂਡਸੈਟ ਇਸ ਤਰ੍ਹਾਂ ਰੱਖਾਂਗੇ ਤਾਂ ਆਪਾਂ ਜਲਦੀ ਹਸਪਤਾਲ 'ਚ ਆ ਜਾਵਾਂਗੇ। ਆਪਣਾ ਜੋ ਆਕਸੀਜਨ ਘਟਣ ਨਾਲ ਸਾਰੀ ਬਾਡੀ ਦਾ ਜੋ ਡੈਮੇਜ ਸਟਾਰਟ ਹੋ ਗਿਆ ਉਹ ਘੱਟ ਹੋਏਗਾ। ਸੋ ਇਸ ਲਈ ਮੈਂ ਬਾਰ-ਬਾਰ ਲੋਕਾਂ ਨੂੰ ਅਪੀਲ ਕਰਦਾ ਕਿ ਛੇਤੀ ਟੈਸਟ ਕਰਾਉਣ, ਪ੍ਰੋਪਰ ਫੋਲੋਅਪ 'ਤੇ ਰਹਿਣ, ਸੈਚੂਰੇਸ਼ਨ ਚੈੱਕ ਕਰਦੇ ਰਹਿਣ। ਹਾਂ, ਜਦੋਂ ਹੀ 94% ਤੋਂ ਘਟਦੀ ਹੈ ਤਾਂ ਇਮੀਡੀਏਟਲੀ ਉਹਨਾਂ ਨੂੰ ਆਪਣੇ ਨੀਅਰੈਸਟ ਹੈਲਥ ਫੈਸਿਲਿਟੀ 'ਤੇ ਰਿਪੋਰਟ ਕਰਨਾ ਚਾਹੀਦਾ। ਸਰ ਇੱਕ ਮੈਂ ਹੋਰ ਅਫਵਾਹ ਤੇ ਆਉਂਦੀ ਹਾਂ, ਉਹ ਕਹਿੰਦੇ ਅੰਦਰ ਧਿਆਨ ਨਹੀਂ ਰੱਖਿਆ ਜਾਂਦਾ ਪੇਸ਼ੈਂਟਸ ਦਾ, ਪੇਸ਼ੈਂਟ ਨਾਲ ਗੱਲ ਨਹੀਂ ਕਰਾਈ ਜਾਂਦੀ। ਸੋ ਇੱਕ ਤਾਂ ਮਰੀਜ਼ ਉਹਨਾਂ ਦੇ ਪਰਿਵਾਰਾਂ ਨਾਲ ਦੀ ਗੱਲ ਸੁਣੀ, ਉਹ ਕਹਿੰਦੇ ਕਿ ਜਾਂ ਭੇਜਿਆ ਸੀਗਾ ਸ਼ਾਮੀ 2 ਘੰਟੇ ਵਿੱਚ ਡੈਥ ਹੋ ਗਈ, ਤਾਂ ਉਹ ਪੁਆਇੰਟ ਸਮਝ ਗਏ ਕਿ ਵੀ ਉਹ ਸੈਚੂਰੇਸ਼ਨ ਪੁਆਇੰਟਸ ਹੈ। ਪਰ ਕੀ ਇਸ ਵਕਤ ਬਿਕੋਜ਼ ਓਬਵੀਅਸਲੀ ਮਹਾਂਮਾਰੀ ਹੈ ਤਾਂ ਇੰਨਾ ਅਰੇਂਜਮੈਂਟ ਨਹੀਂ ਹੋਣਾ ਤੁਹਾਡੇ ਕੋਲ ਵੀ, ਕਿ ਪੂਰਾ ਖਿਆਲ ਨਹੀਂ ਰੱਖਿਆ ਜਾ ਰਿਹਾ ਅੰਦਰ ਪੇਸ਼ੈਂਟਸ ਨਾਲ? ਕਿਉਂ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਹੈ, ਬਿਕੋਜ਼ ਜਿਹੜਾ ਪਰਿਵਾਰ ਹੈ ਉਹ ਵੀ ਘਬਰਾਇਆ ਹੁੰਦਾ ਹੈਗਾ। ਸੋ ਸਾਨੂੰ ਹੁਣ ਫੋਨਸ ਨਾਲ ਆਦਤ ਵੀ ਪੈ ਗਈ ਹੈ, WhatsApp ਨਾਲ ਵੀ, ਕਿ ਮਿੰਟ ਪਲ ਬਾਅਦ ਤੁਸੀਂ ਠੀਕ ਹੋ, ਠੀਕ ਘੰਟੇ ਬਾਅਦ ਹਾਲ ਪੁੱਛਣ ਦੀ ਆਦਤ ਪੈ ਗਈ ਹੈ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਜੇ ਤੁਸੀਂ, ਮੈਂ ਤੁਹਾਨੂੰ ਦੱਸਦਾ ਕਿ ਅਸੀਂ ਸ਼ੁਰੂ ਤੋਂ ਹੀ ਡੇ 1 ਤੋਂ ਹੀ ਹਰੇਕ ਨੂੰ ਹਰ ਤਰ੍ਹਾਂ ਦੀ ਡਿਵਾਈਸ ਅਲਾਓ ਕੀਤੀ ਹੋਈ ਹੈ ਅੰਦਰ ਲੈ ਕੇ ਜਾਣੀ। ਹਰ ਮਰੀਜ਼ ਆਪਣਾ ਕਿਸੇ ਜੇ ਫੋਨ ਲੈ ਕੇ ਜਾਣਾ ਹੈ, ਸਮਾਰਟਫੋਨ ਲੈ ਕੇ ਜਾਣਾ ਚਾਹੁੰਦਾ ਹੈ, ਟੈਬਲੇਟ ਲੈ ਕੇ ਜਾਣਾ ਚਾਹੁੰਦਾ ਹੈ, ਵੀ ਹੈਵ ਅਲਾਉਡ ਦੈਟ। ਰਾਦਰ ਵੀ ਪ੍ਰੈਫਰ ਕਿ ਉਹ ਲੈ ਕੇ ਜਾਵੇ ਅਤੇ ਆਪਣੇ ਪਰਿਵਾਰ ਨਾਲ ਗੱਲ ਕਰਦਾ ਰਹੇ ਔਰ ਪ੍ਰੋਪਰ ਉਹਨਾਂ ਦੇ ਇਨ ਕਮਿਊਨੀਕੇਸ਼ਨ ਰਹੇ। ਦੂਸਰੀ ਗੱਲ, ਵੀ ਹੈਵ ਕ੍ਰੀਏਟਿਡ ਅ ਕੰਟਰੋਲ ਸੈਂਟਰ। ਕੰਟਰੋਲ ਸੈਂਟਰ ਦੇ ਵਿੱਚ 8 ਫੋਨ ਨੇਗੇ, ਉਹਨਾਂ ਤੋਂ ਕੁਝ ਡੈਡੀਕੇਟਿਡ ਇਨਕਮਿੰਗ ਨੇ, ਕੁਝ ਡੈਡੀਕੇਟਿਡ ਆਊਟਗੋਇੰਗ ਨੇ। ਤੋ ਮਰੀਜ਼ਾਂ ਦੇ ਜੋ ਵਾਈਟਲਸ ਨੇ ਉਹ ਦਿਨ ਦੇ ਵਿੱਚ 2 ਵਾਰੀ ਉਹਨਾਂ ਦੇ ਰਿਲੇਟਿਵਸ ਨੂੰ ਜੋ ਨੰਬਰ ਲਿਖਿਆ ਹੁੰਦਾ ਉੱਥੇ ਫੋਨ ਕਰਕੇ ਦੱਸੇ ਜਾਂਦੇ ਨੇ ਰੈਗੂਲਰਲੀ। ਇਸ ਤੋਂ ਇਲਾਵਾ ਜਦੋਂ ਹੀ ਕੋਈ ਪੇਸ਼ੈਂਟ ਐਸਕੇਲੇਟ ਕਰਨਾ ਹੁੰਦਾ, ਮਤਲਬ ਜੇ ਕਿਸੇ ਮਰੀਜ਼ ਦੀ ਹਾਲਤ ਗੰਭੀਰ ਹੋ ਜਾਏ, ਉਹਨੂੰ ਸਾਨੂੰ HFNC ਤੇ ਹਾਈ ਫਲੋ ਨੇਜ਼ਲ ਕੈਨਲਾ 'ਤੇ ਪਾਉਣਾ ਪਵੇ ਜਾਂ ਵੈਂਟੀਲੇਟਰ 'ਤੇ ਲੈਣਾ ਹੋਵੇ, ਤਾਂ ਉਹਦੀ ਇਮੀਡੀਏਟ ਇਨਫੋਰਮੇਸ਼ਨ ਉਹਦੇ ਰਿਲੇਟਿਵਸ ਨੂੰ, ਚਾਹੇ ਦਿਨ ਹੈ ਚਾਹੇ ਰਾਤ ਹੈ, ਉਸ ਜੋ ਫੋਨ ਦਿੱਤਾ ਹੋਇਆ ਉਸ 'ਤੇ ਇਮੀਡੀਏਟਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਕਈ ਪੇਸ਼ੈਂਟ ਹੁੰਦੇ ਨੇ ਜੋ ਗੱਲ ਨਹੀਂ ਕਰ ਸਕਦੇ ਜਾਂ ਬਹੁਤ ਜ਼ਿਆਦਾ ਪ੍ਰੋਬਲਮ 'ਚ ਹੁੰਦੇ ਨੇ ਜਾਂ ਉਹਨਾਂ ਦੇ ਐਂਗਜ਼ਾਇਟੀ ਬੜੀ ਹੁੰਦੀ ਹੈ, ਤਾਂ ਅਸੀਂ ਵੀਡੀਓ ਕਾਲ ਵੀ ਕਰਾਉਂਦੇ ਹਾਂ ਉਹਨਾਂ ਦੇ ਰਿਲੇਟਿਵਸ ਨਾਲ। ਸੋ ਵੀ ਹੈਵ ਪਲੇਸਡ ਐਵਰੀਥਿੰਗ ਲਾਈਕ ਪਰ दैट। इसके बावजूद लोग खुश नहीं हैं। देखो, कुछ लोग खुश नहीं हैं, कुछ परसेंटेज हमेशा रहेगी। ਉਹ ਸ਼ਾਇਦ ਕਦੇ ਗ੍ਰੀਵੈਂਸ ਸੱਚੀ ਵੀ ਹੋਣ। ਜਿਵੇਂ ਇੱਕ ਪੇਸ਼ੈਂਟ ਨੂੰ ਮੈਨੂੰ ਕੁਛ ਹੀ ਦਿਨ ਪਹਿਲਾਂ ਮਿਲਿਆ, ਉਹ ਬਾਹਰ ਬਹੁਤ ਲੜ ਰਿਹਾ ਸੀ ਅਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦਾ ਮੇਰੇ ਮਰੀਜ਼ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਮੈਂ ਕਿਹਾ ਕੀ ਤੇਰੇ ਮਰੀਜ਼ ਨੂੰ ਖਾਣਾ ਮਿਲ ਗਿਆ? ਕਹਿੰਦਾ ਹਾਂਜੀ, ਉਹ ਤਾਂ ਇੱਥੋਂ ਜਾਂਦਾ ਮਿਲ ਗਿਆ, ਕਿਉਂਕਿ ਗੌਰਮੈਂਟ ਵੱਲੋਂ ਰੈਗੂਲਰਲੀ ਵੈਰੀ ਹਾਈਜੀਨਿਕ ਫੂਡ, ਪ੍ਰੋਪਰਲੀ ਪੈਕਡ, 3 ਟਾਈਮ ਜਾਂਦਾ, ਦੁੱਧ ਜਾਂਦਾ, ਚਾਹ ਜਾਂਦੀ। ਕਹਿੰਦਾ ਮਿਲ ਗਿਆ। ਦੈਨ ਆਈ ਆਸਕ ਕੇ ਉਹਦੀ ਦਵਾਈ ਸਾਰੀ ਲੱਗ ਗਈ? ਕਹਿੰਦਾ ਦਵਾਈ ਵੀ ਲੱਗ ਗਈ। ਮੈਂ ਕਿਹਾ ਆਕਸੀਜਨ ਲੱਗੀ ਹੋਈ ਹੈ? ਕਹਿੰਦਾ ਹਾਂਜੀ ਆਕਸੀਜਨ ਲੱਗੀ ਹੋਈ ਹੈ। ਤਾਂ ਮੈਂ ਕਿਹਾ ਪ੍ਰੋਬਲਮ ਕਿੱਥੇ ਹੈਗੀ? ਕਹਿੰਦਾ ਮੈਂ ਉਹਨੂੰ 2 ਅਮਰੂਦ ਭੇਜੇ ਸੀਗੇ, 2 ਘੰਟੇ ਹੋ ਗਏ ਮਿਲੇ ਨਹੀਂ। ਨਾਓ ਥੀਜ਼ ਆਰ ਵੈਰੀ ਸਮਾਲ ਥਿੰਗਸ। ਸਾਡੀ ਜੋ ਪ੍ਰਾਇਓਰਿਟੀ ਹੈਗੀ ਹੈ ਦੈਟ ਇਜ਼ ਦ ਟਰੀਟਮੈਂਟ ਆਫ ਦ ਪੇਸ਼ੈਂਟ, ਦ ਇਨਵੈਸਟੀਗੇਸ਼ਨ ਆਫ ਦ ਪੇਸ਼ੈਂਟ, ਔਰ ਉਹਦੀ ਆਕਸੀਜਨੇਸ਼ਨ ਮੇਨਟੇਨ ਕਰਨਾ, ਉਹਦਾ ਜੋ ਫੂਡ ਜਾਂਦਾ ਉਹ ਉਹਨੂੰ ਦੇ ਦੇਣਾ ਟਾਈਮ ਟੂ ਟਾਈਮ। ਜਦੋਂ ਮਰੀਜ਼ ਦੇ ਰਿਸ਼ਤੇਦਾਰ ਬਾਹਰੋਂ ਕੁਝ ਲੈ ਕੇ ਜਾਂਦੇ ਨੇ ਤਾਂ ਇਮੈਜਿਨ ਕਰੋ ਤੇ 8 ਫਲੋਰਸ ਹੈ, ਉੱਥੇ ਬੰਦਾ ਰੱਖਦਾ, ਫਿਰ ਸਾਡਾ ਬੰਦਾ ਇੱਕ ਬੰਦਾ ਲੈਂਦਾ ਉਹਨੂੰ, ਫਿਰ ਉਸ ਫਲੋਰ 'ਤੇ ਉਹ ਜਾਂਦਾ, PP ਕਿਟ ਉਹ ਪਾਉਂਦਾ ਹੈਗਾ, ਫਿਰ ਉਹ ਅੰਦਰ ਜਾ ਕੇ ਉਹਦੇ ਰਿਲੇਟਿਵ ਨੂੰ ਸਮਾਨ ਦਿੰਦਾ। ਸੋ ਐਟ ਟਾਈਮਸ ਮੈਂ ਮੰਨਦਾ ਘੰਟਾ 2 ਘੰਟੇ ਲੱਗ ਜਾਂਦੇ ਨੇ ਇਸ ਚੀਜ਼ ਨੂੰ, ਪਰ ਇਹ ਇੰਨੀ ਜ਼ਰੂਰੀ ਵੀ ਨਹੀਂ ਹੈ ਕਿ ਆਪਾਂ ਇਸ ਚੀਜ਼ ਵੱਲ ਇੰਨੀ ਜ਼ਿਆਦਾ ਤਵੱਜੋ ਦਈਏ ਕਿ ਆਪਾਂ ਜੋ ਉਹਦੀ ਮੈਡੀਕਲ ਮੈਨੇਜਮੈਂਟ ਹੈ ਉਹ ਰਹਿ ਜੇ। ਸੋ ਆਲਵੇਜ਼ ਅਪੀਲ ਕਿ ਸਮਾਨ ਹਰ ਪਹੁੰਚ ਜਾਂਦਾ, ਜੋ ਵੀ ਤੁਸੀਂ ਦਿੰਦੇ ਹੋ, ਮੇ ਵੀ ਥੋੜਾ ਟਾਈਮ ਲੱਗ ਜਾਂਦਾ। ਸਰ ਸਟਾਫ ਦੀ ਘਾਟ ਹੈ ਕਿਉਂਕਿ ਬਠਿੰਡਾ ਏਮਸ ਤੋਂ ਨਰਸਿਸ ਆਈਆਂ ਸੀ, ਬਟ ਉਹ ਉਹਨਾਂ ਦਾ ਵੀ ਹੈਵ ਗॉट ਸਟਾਫ ਨਰਸਿਸ ਅਸੀਂ ਕਾਫੀ ਰਿਕਰੂਟ ਕਰ ਲਈਆਂ ਨੇ। ਬਠਿੰਡਾ ਜਿਹੜੀ ਹੁਣੇ ਹਾਲ ਵਿੱਚ ਇੱਕ ਕੰਟਰੋਵਰਸੀ ਹੋਈ, ਬਠਿੰਡਾ ਤੋਂ ਨਰਸਿਸ ਆਈਆਂ, ਤਾਂ ਉਹਨਾਂ ਦੇ ਜੇ ਇੱਕ ਕੋਈ ਸਵਾਲ ਇਹ ਵੀ ਉੱਠਦਾ, ਜੇ ਉਹਨਾਂ ਦਾ ਹੀ ਖਿਆਲ ਨਹੀਂ ਰੱਖਿਆ ਜਾਂਦਾ ਫਿਰ ਪੇਸ਼ੈਂਟ ਦਾ ਕੀ? ਉਹਨਾਂ ਦਾ ਪ੍ਰੋਪਰ ਖਿਆਲ ਰੱਖਿਆ ਗਿਆ। ਆਈ ਥਿੰਕ ਆਰ ਮੈਡੀਕਲ ਸੁਪਰਡੈਂਟ ਐਂਡ ਪ੍ਰਿੰਸੀਪਲ ਐਂਡ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੋ ਸੀ, ਬਹੁਤ ਅੱਛੀ ਜਗ੍ਹਾ 'ਤੇ ਉਹਨਾਂ ਨੂੰ ਰੱਖਿਆ ਗਿਆ ਸੀ, ਜਿੱਥੇ ਕਿ ਮੇਰੇ ਖਿਆਲ 'ਚ ਇੰਟਰਨੈਸ਼ਨਲ ਐਥਲੀਟਸ ਵੀ ਰਹਿੰਦੇ ਨੇ। ਦੈਟ ਇਜ਼ ਦ ਫਿਜ਼ੀਕਲ ਕਾਲਜ। ਖਾਣਾ ਉਹਨਾਂ ਦਾ ਮੈਸ 'ਚ ਬੜਾ ਅੱਛਾ ਬਣ ਰਿਹਾ ਸੀ।
ਬਟ ਸਮਹਾਉ ਉਹਨਾਂ ਦੇ ਵਿੱਚ ਇੱਕ ਰਿਲੈਕਟੈਂਸ ਸੀ ਕੰਮ ਕਰਨ ਦੀ, ਕੋਵਿਡ ਦੇ ਵਿੱਚ ਸਪੈਸ਼ਲੀ। ਬਠਿੰਡਾ ਵਿੱਚ ਕੋਵਿਡ ਤੋਂ ਨਹੀਂ ਕੰਮ ਕਰਕੇ ਆਏ ਸੀਗੇ? ਆਈ ਡੋਂਟ ਰੀਅਲੀ ਥਿੰਕ ਸੋ, ਕਿਉਂਕਿ ਉਹ ਜੋ ਕਹਿ ਰਹੇ ਸੀ ਕਿ ਸਾਨੂੰ ਪੀਪੀ ਕਿਟ ਵੀ ਨਹੀਂ ਪਾਣੀ ਆਉਂਦੀ, ਅਸੀਂ ਸੈਂਪਲਿੰਗ ਵੀ ਨਹੀਂ ਕਰ ਸਕਦੇ ਹੈਗੇ। ਸੋ ਆਈ ਰੀਅਲੀ ਡੋਂਟ ਨੋ ਕਿ ਉਹਨਾਂ ਨੇ ਕੁਝ ਇਹੋ ਜਿਹਾ ਵਰਕਡ ਓਵਰ देयर অর ਨਾਟ। ਇਹੋ ਜਿਹੀਆਂ ਕੁਝ ਤਸਵੀਰਾਂ ਸ਼ੋਅ ਕੀਤੀਆਂ ਜਿੱਥੇ ਉਹ ਬਾਹਰ ਜ਼ਮੀਨ ਤੇ ਪਏ ਹੋਏ ਹੈ, ਰਹਿਣ ਦੀ ਜਗ੍ਹਾ ਨਹੀਂ ਹੈ ਉਹਨਾਂ ਦੇ ਅੰਦਰ। they had good rooms, beds and bedding had been provided, clean linen, everything was there. ਹੁਣ ਉਹ ਬਾਹਰ ਆ ਕੇ ਬੈਠ ਕੇ ਜੇ ਫੋਟੋਆਂ ਪਾ ਦੇਣ ਤਾਂ ਆਈ ਡੋਂਟ ਥਿੰਕ ਇਟਸ ਗੁੱਡ। ਸਰ ਕਿੱਥੇ ਤੁਹਾਨੂੰ ਲੱਗਦਾ, ਬਿਕੋਜ਼ ਦਿਸ ਬੀਇੰਗ ਪੋਲੀਟੀਕਲ ਕੈਪੀਟਲ ਹੈਗੀ ਹੈ ਪਟਿਆਲਾ, I won't go into the politics side. no I'm not saying politics, but ਕਿੱਥੇ ਲੱਗਦਾ ਹੈ ਕਿ ਤੁਹਾਨੂੰ ਸਿਆਸਤ ਦਾ ਭਾਰ ਚੁੱਕਣਾ ਪੈਂਦਾ ਹੈ? ਕਿਉਂਕਿ ਕਈ ਵਾਰੀ ਜੋ ਇਲਜ਼ਾਮ we are doing our job, ਸਿਆਸਤ ਦੀ ਕ੍ਰਾਸ ਫਾਇਰ ਵਿੱਚ ਪੈ ਜਾਂਦੇ ਹੋ। we are doing our job, we are doing our duty, but yes ਸਾਡੇ ਇਟ ਇਜ਼ ਡਿਸਹਾਰਟਨਿੰਗ ਫॉर ਦ ਡਾਕਟਰਸ ਐਂਡ ਪੈਰਾਮੈਡੀਕਲ ਸਟਾਫ ਜਦੋਂ ਇਹੋ ਜਿਹੀਆਂ ਅਫਵਾਹਾਂ ਫੈਲਦੀਆਂ ਕਿ ਡਾਕਟਰ ਜਾ ਕੇ ਜ਼ਹਿਰ ਦਾ ਟੀਕਾ ਲਾ ਦਿੰਦੇ ਨੇ, ਡਾਕਟਰ ਜਾ ਕੇ ਹਾਰਟ ਕੱਢ ਲੈਂਦੇ ਨੇ, ਡਾਕਟਰ ਜਾ ਕੇ ਕਿਡਨੀਜ਼ ਕੱਢ ਲੈਂਦੇ ਨੇ। ਸੋ ਥੀਜ਼ ਥਿੰਗਸ ਆਰ unthinkable and very derogatory to our profession. So if you think ਕਿ doctors ਅਸੀਂ ਸਾਰੇ positive 80% ਡਾਕਟਰਸ ਅਸੀਂ ਪੋਜ਼ਿਟਿਵ ਹੋਏ ਹਾਂ, we have ourselves suffered from this COVID. ਮੇਰੇ ਆਪਣੇ ਜੋ ਡਾਕਟਰ ਸੀਗੇ ਦੋ ਮੇਰੇ ਕੋਲ ਐਡਮਿਟ ਹੋਏ, ਮੇਰੇ ਆਪਣੇ ਨਾਲ ਦੇ ਮੈਡੀਸਨ ਡਿਪਾਰਟਮੈਂਟ ਦੇ, ਕਈ ਹੋਰ ਡਿਪਾਰਟਮੈਂਟਸ ਦੇ ਵੀ ਸਾਡੇ ਕੋਲ ਐਡਮਿਟ ਹੋਏ, ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਕਿੰਨੇ ਸਾਡੇ ਕੋਲ ਐਡਮਿਟ ਹੋਏ ਨੇ। ਜੇ ਇੰਨੀ ਮਾੜੀ ਫੈਸਿਲਿਟੀ ਹੋਵੇ ਸਾਡੀ ਤਾਂ ਅਸੀਂ ਆਪ ਕਿਉਂ ਉੱਥੇ ਐਡਮਿਟ ਹੋਈਏ? ਵਨ ਸੈਕੰਡਲੀ ਤੁਹਾਡਾ ਕੋਈ ਵੀਆਈਪੀ ਸੈਕਸ਼ਨ ਹੈ ਡਾਕਟਰਸ ਲਈ? ਹਾਂਜੀ, ਡਾਕਟਰਸ ਲਈ ਕੋਈ ਵੀਆਈਪੀ? no it's the same facility, same area. ਕੋਈ ਵੀਆਈਪੀ ਸੈਕਸ਼ਨ? no there is no ਕੋਈ ਵੀਆਈਪੀ ਸੈਕਸ਼ਨ ਨਹੀਂ ਹੈ। it's the this place was converted, basically it's the MCH building, ਇਹ ਸੋਚ ਕੇ ਨਹੀਂ ਬਣਾਈ ਗਈ ਸੀ ਕਿ ਕੋਵਿਡ ਲਈ ਹੈ। so we have converted it into a COVID facility. ਸੋ ਉੱਥੇ ਹੀ ਰਹਿੰਦੇ ਨੇ ਕਈ ਮੇਰੇ ਡਾਕਟਰਸ ਨੇ, ਉਹਨਾਂ ਦੇ ਪੇਰੈਂਟਸ ਵੀ ਐਡਮਿਟ ਹੋਏ ਨੇ ਮੇਰੇ ਕੋਲੇ, ਉਹਨਾਂ ਦੇ ਰਿਲੇਟਿਵਸ ਐਡਮਿਟ ਹੁੰਦੇ ਨੇ ਸਾਰੇ ਸਾਡੇ ਕੋਲ ਆਲ ਦ ਟਾਈਮ। ਸਾਡੇ ਕੋਲ ਡਾਕਟਰ ਪੰਕਜ ਨੂੰ ਠੀਕ ਟ੍ਰੀਟਮੈਂਟ ਕਿਉਂ ਨਹੀਂ ਮਿਲ ਪਾਇਆ ਜਿਨ੍ਹਾਂ ਦੀ ਹਾਲ ਵਿੱਚ? ਡਾਕਟਰ ਰਾਜਨ ਡਾਕਟਰ ਰਾਜਨ was admitted with us with COVID. he became COVID negative. ਸੋ ਉਹ ਕੋਵਿਡ ਨੈਗੇਟਿਵ ਹੋਣ ਤੋਂ ਬਾਅਦ ਠੀਕ ਹੋ ਗਏ ਸੀ ਐਂਡ ਉਹਨਾਂ ਨੂੰ ਅਸੀਂ ਵਾਰਡ ਦੇ ਵਿੱਚ ਸ਼ਿਫਟ ਕਰਤਾ। ਵਾਰਡ ਦੇ ਵਿੱਚ ਅਨਫੋਰਚੂਨੇਟਲੀ ਥੋੜ੍ਹੇ ਦਿਨ ਬਾਅਦ, ਕਿਉਂਕਿ ਸਟੀਰੋਇਡ ਲੱਗਦੇ ਨੇ, ਉਹ ਡਾਇਬਟਿਕ ਵੀ ਸੀ, ਅਨਫੋਰਚੂਨੇਟਲੀ ਉਹਨਾਂ ਨੂੰ ਸੈਪਸਿਸ ਹੋ ਗਿਆ ਅਤੇ ਫਿਰ ਉਹ ਸਾਡੇ ICU ਵਿੱਚ ਰਹੇ। ਹੁਣ ਆਈ ਡੋਂਟ ਨੋ ਕਿ ਕਈ ਵਾਰ ਫੈਮਿਲੀ ਦੇ ਆਪਣੇ ਕੁਛ ਹੁੰਦੇ ਨੇ ਤਾਂ ਦੈਨ ਫॉर ਸਮ ਡੇਜ਼ ਹੀ ਸ਼ਿਫਟਡ ਆਊਟ। ਪਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਦੇ ਫਾਦਰ ਫਿਰ ਵੀ ਸਾਡੇ ਕੋਲ ਹੀ ਰਹੇ ਨੇਗੇ। ਹੀ ਸਟਿਲ ਐਡਮਿਟਡ ਵਿਦ ਅਸ। ਉਹਨਾਂ ਦੇ ਫਾਦਰ ਨੂੰ ਵੀ ਕੋਵਿਡ ਹੋਇਆ, ਉਹ ਸਾਡੇ ਕੋਲ ਹੀ ਨੇ, ਉਹ ਵੀ ਕੋਵਿਡ ਨੈਗੇਟਿਵ ਹੋ ਕੇ ਸਾਡੇ ਵਾਰਡ 'ਚ ਆ ਗਏ ਨੇਗੇ, ਉਹ ਸਾਡੇ ਕੋਲ ਹੀ ਨੇ, ਉਹਨਾਂ ਨੇ ਬਾਹਰ ਨਹੀਂ ਗਏ। ਇਸੇ ਲਈ ਨਹੀਂ ਗਏ ਕਿਉਂਕਿ ਉਹਨਾਂ ਨੂੰ ਸਾਡੇ 'ਤੇ ਯਕੀਨ ਸੀ। ਪਰ ਅੱਜ ਲੋਕਾਂ ਨੂੰ ਤੁਹਾਡੇ 'ਤੇ ਯਕੀਨ ਐਂਡ ਲਾਈਕ ਯੂ ਸੇਇੰਗ ਕਿ ਬਹੁਤ ਦਿਲ ਨੂੰ ਦਰਦ ਕਰਦਾ ਹੈਗਾ ਕਿ ਵੀ ਸਰ ਆਪ ਡਾਕਟਰ 'ਤੇ ਵੀ ਬੜਾ ਪ੍ਰੈਸ਼ਰ ਪੈ ਰਿਹਾ ਹੈਗਾ ਕਿ ਇੱਕ ਪਾਸੇ ਇਹੋ ਜਿਹੀ ਲੜਾਈ ਲੜ ਰਹੇ ਨੇ ਜਿਹੜੀ ਸਮਝ ਹੀ ਨਹੀਂ ਹੈ ਕਿ ਦੁਸ਼ਮਣ ਕਿਹੋ ਜਿਹਾ, ਉਹ ਵੀ ਬਦਲਦਾ ਆ ਰਿਹਾ ਹੈਗਾ, ਉੱਤੋਂ ਇਹੋ ਜਿਹੇ ਇਲਜ਼ਾਮ ਲੱਗਦੇ ਨੇ। ਬਟ ਇਸ ਤਰ੍ਹਾਂ ਦੇ ਘੰਟੇ ਕੰਮ ਕਰਨਾ ਪੈ ਰਿਹਾ ਹੈਗਾ, ਔਖਾ ਪੈ ਰਿਹਾ ਹੋਣਾ ਤੁਹਾਨੂੰ? ਨਹੀਂ, ਹੁਣ ਤਾਂ ਸਾਨੂੰ ਪਿਛਲੇ 1 ਸਾਲ ਤੋਂ ਥੋੜ੍ਹੀ ਜਿਹੀ ਆਦਤ ਵੀ ਪੈ ਗਈ ਹੈ। ਬਟ ਯੈਸ ਐਟ ਟਾਈਮਸ ਅਸੀਂ ਵੀ ਕੰਸਟ੍ਰੇਨਡ ਫੀਲ ਕਰਦੇ ਹਾਂ, ਬਟ ਦੈਨ ਵੀ ਹੈਵ ਗੋਟ ਅ ਸਿਸਟਮ ਆਫ ਆਰ ਓਨ, ਵੀ ਆਰ ਆਲ ਫਰੈਂਡਸ। ਆਪਸ 'ਚ ਇੱਕ ਦੂਜੇ ਨਾਲ ਫਿਰ ਅਸੀਂ ਇੱਕ ਦੂਜੇ ਨੂੰ ਤਸੱਲੀ ਦੇ ਲੈਂਦੇ ਹਾਂ ਵੀ ਕੋਈ ਗੱਲ ਨਹੀਂ, ਦਿਸ ਟੂ ਸ਼ੈਲ ਪਾਸ, ਹੈ ਨਾ। ਫਸਟ ਵੇਵ ਵੀ ਚਲੀ ਗਈ ਸੀ, ਸੈਕਿੰਡ ਵੇਵ ਵੀ ਚਲੀ ਜਾਏਗੀ। ਸੋ ਆਈ ਮੀਨ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਵੀ ਨਹੀਂ ਹੈ ਸਾਡੇ ਕੋਲ। ਕਈ ਡਾਕਟਰਸ ਛੱਡ ਕੇ ਜਾ ਰਹੇ ਨੇ, ਕਈ ਪ੍ਰਾਈਵੇਟ ਵੱਲ ਜਾ ਰਹੇ ਨੇ ਬਿਕੋਜ਼ ਪੈਸੇ ਦੀ ਹੋ ਰਹੀ ਹੈ, ਕਈ ਸੁਸਾਈਡ ਕੇਸਿਸ ਵੀ ਦੇਖੇ ਨੇ। ਸੋ ਇਸ ਲਈ ਪੁੱਛ ਰਹੀ ਸੀ ਕਿ ਮਤਲਬ ਤੁਹਾਡੇ 'ਤੇ ਔਰ ਤੁਹਾਡੇ ਜਿਹੜੇ ਸਟਾਫ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈਗਾ? ਥੋੜ੍ਹੇ ਬਰਨਆਊਟ ਕੇਸਿਸ ਤਾਂ ਹਰ ਜਗ੍ਹਾ 'ਤੇ ਹੀ ਹੁੰਦੇ ਨੇ। ਸਾਡੇ ਵੀ ਕੁਝ ਡਾਕਟਰ ਸੀਗੇ, ਕੁਝ ਸੀਨੀਅਰ ਡਾਕਟਰ ਸੀ, ਰੀਇੰਪਲੋਇਡ ਫੈਕਲਟੀ ਸੀ, ਨੈਚੁਰਲੀ ਉਹ ਥੋੜ੍ਹੇ ਛੱਡ ਗਏ। ਬਟ ਓਵਰਆਲ ਬਹੁਤਾ ਕੋਈ ਸਾਨੂੰ ਉਹ ਨਹੀਂ ਹੈ। ਪੀਪਲ ਆਰ ਵਰਕਿੰਗ ਆਊਟ, ਆਪਣੀ ਡਿਊਟੀ 'ਤੇ ਹੈਗੇ ਨੇ। ਤੁਹਾਡੇ ਮੈਨੂੰ ਦੱਸ ਰਹੇ ਸੀ ਕਿ ਵੀ ਤੁਸੀਂ 3:30 ਵਜੇ ਰਾਤੀ ਫ੍ਰੀ ਹੁੰਦੇ ਹੋ, ਤਾਂ ਸਵੇਰੇ ਸ਼ੁਰੂ ਕਿੰਨੇ ਵਜੇ ਹੁੰਦੇ ਹੋ? ਨਹੀਂ, ਟਾਈਮਿੰਗ ਇਸ ਤਰ੍ਹਾਂ ਨਹੀਂ ਹੈ। ਐਵਰੀਬਡੀ ਹੈਜ਼ ਟੂ ਵਰਕ। ਲਾਈਕ ਜੇ ਲੋੜ ਹੈ ਤਾਂ ਰਾਤ ਨੂੰ ਵੀ ਜਾਣਾ ਪੈਂਦਾ,
ਹੈ ਨਾ। ਤੇ ਇਟ ਇਜ਼ ਲਾਈਕ ਅ ਟੀਮ ਵਰਕ, not only the core departments but our colleagues from other departments, surgery, orthopedics, gynae, pediatrics, eye, ENT, even paraclinical ਜੋ ਸਾਡੇ ਹੈਗੇ ਨੇ, pathology, micro, pharma, forensic department, even the basic departments, anatomy, physiology, biochemistry, everybody is helping us in COVID now. ਸੋ ਉਹ ਬੜੀ ਅੱਛੀ ਗੱਲ ਹੈ ਕਿ ਸਾਰੇ ਡਾਕਟਰਸ ਆਪਣੀ ਸਪੈਸ਼ਲਿਟੀ ਛੱਡ ਕੇ ਵੀ ਸਾਨੂੰ ਕੋਵਿਡ ਦੇ ਵਿੱਚ ਇੰਨਾ ਹੈਲਪ ਕਰ ਰਹੇ ਨੇ। ਸਿਰਫ ਉਹਨਾਂ ਦੀ ਹੈਲਪ ਕਰਕੇ ਜੋ ਸਾਡਾ ਰਜਿੰਦਰਾ ਹਸਪਤਾਲ ਹੈ ਇੰਨਾ ਅੱਛਾ ਚੱਲ ਪਾ ਰਿਹਾ। ਆਈ ਮੀਨ ਈਵਨ ਡੈਡ ਬੋਡੀ ਮੈਨੇਜਮੈਂਟ ਵੀ ਇੱਕ ਬਹੁਤ ਔਖੀ ਚੀਜ਼ ਹੈ। ਸੋ ਵੀ ਆਰ ਫੋਰਚੂਨੇਟ ਕਿ ਸਾਡਾ ਫੋਰੈਂਸਿਕ ਡਿਪਾਰਟਮੈਂਟ ਬੜਾ ਅੱਛਾ ਐਂਡ ਦੇ ਆਰ ਏਬਲ ਟੂ ਟੇਕ ਕੇਅਰ ਆਫ ਦੋਜ਼ ਬੋਡੀਜ਼ ਇਨ ਅ ਵੈਰੀ ਰਿਸਪੈਕਟਫੁਲ ਐਂਡ ਡੈਡੀਕੇਟਿਡ ਵੇ। ਸਾਰੇ ਡਾਕਟਰ ਆਪਣਾ ਕੰਮ ਕਰ ਰਹੇ। ਇੱਕ ਦਿਨ ਦੇਰੀ ਹੋ ਗਈ ਸੀ, ਪੂਰੇ ਪੰਜਾਬ ਨੂੰ ਪਤਾ ਚੱਲ ਗਿਆ ਸੀਗਾ। ਹਾਂ, ਇੱਕ ਪੇਸ਼ੈਂਟ ਦੀ ਵੀ ਦੇਰੀ ਹੋ ਜਾਏ ਤਾਂ ਇੰਨਾ ਉਹ ਹੋ ਜਾਂਦਾ, ਬਟ ਜਦੋਂ ਇੰਨਾ ਵੱਡਾ ਪੈਂਡੈਮਿਕ ਹੋਵੇ, ਥੀਸ ਆਰ ਨਾਟ ਨਾਰਮਲ ਸਰਕਮਸਟੈਂਸਸ, ਥੀਸ ਆਰ ਵੈਰੀ ਐਬਨੋਰਮਲ। ਤੁਸੀਂ ਆਪਣਾ ਮੀਡੀਆ ਤੋਂ ਦੂਰ ਰੱਖਦੇ ਹੋ ਕਿ ਮੀਡੀਆ ਦੇਖਦੇ ਰਹਿੰਦੇ ਹੋ? ਕਿ ਨਹੀਂ, ਟਾਈਮ ਹੀ ਨਹੀਂ ਹੁੰਦਾ ਹੈ। ਰਾਦਰ ਕਈ ਵਾਰ ਮੈਂ ਕਿਸੇ ਨੂੰ ਪੁੱਛਦਾ, ਯਾਰ ਕੱਲ੍ਹ ਕੋਵਿਡ ਦੇ ਕੇਸ ਕਿੰਨੇ ਆਏ ਸੀ ਪੰਜਾਬ 'ਚ ਜਾਂ ਇੰਡੀਆ 'ਚ। ਐਂਡ ਫੈਮਿਲੀ ਲਾਈਫ ਸਰ, ਉਹ ਵੀ ਇਫੈਕਟ ਹੋਏ ਹੋ ਨਹੀਂ? Let us not talk about family life. There is no family life as now. अच्छा, कोई फैमिली लाइफ रही नहीं है, ठीक। So it's busy all the time, है ना। But still option नहीं है फिलहाल। But once the things cool down, फिर normal हो जाएगी ज़िंदगी। सर, ब्लैक फंगस से ਜਿਹੜੇ केसेस आ रहे ਉਹਦੇ ਬਾਰੇ ਕੀ? हाँ, this is mucormycosis. Definitely last wave ਦੇ ਵਿੱਚ ਕੋਈ ਕੇਸ ਨਹੀਂ ਆਇਆ ਸੀ। This time we are also having ਸਾਡੇ ਕੋਲ ਵੀ ਬਲੈਕ ਫੰਗਸ ਦੇ ਕੇਸ ਆਏ ਹੈਗੇ ਹੈ। ਇਸੇ ਤਰ੍ਹਾਂ ਜੇ ਤੁਸੀਂ ਦੇਖੋ ਪੂਰੇ ਇੰਡੀਆ ਦੇ ਵਿੱਚ ਰਿਪੋਰਟ ਹੋ ਰਹੇ ਹੈ। ਪ੍ਰੋਬੇਬਲੀ ਜਿਹੜੇ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਇਹ ਵੇਵ ਬਹੁਤ ਜ਼ਿਆਦਾ ਵੱਡੀ ਹੈ। ਇਸ ਨੰਬਰ ਆਫ ਕ੍ਰਿਟੀਕਲ ਕੇਸ ਬਹੁਤ ਜ਼ਿਆਦਾ ਨੇ, ਉਹਨਾਂ ਦੇ ਵਿੱਚ ਡਾਇਬਟਿਕਸ ਬਹੁਤ ਪਰਸੈਂਟੇਜ ਬਹੁਤ ਹੈ ਡਾਇਬਟਿਕਸ ਦੀ। ਔਰ ਅਨਫੋਰਚੂਨੇਟਲੀ ਇਹ ਬਿਮਾਰੀ ਜੋ ਹੈ ਕ੍ਰਿਟੀਕਲ ਕੇਸ ਹੁੰਦੇ ਨੇ, ਡਾਇਬਟਿਕ ਹੁੰਦੇ ਨੇ, ਉੱਪਰੋਂ ਟ੍ਰੀਟਮੈਂਟ ਦਾ ਇੱਕ ਪ੍ਰੋਟੋਕੋਲ ਦੇ ਵਿੱਚ ਸਟੀਰੋਇਡ ਹੈਗਾ। ਸੋ ਵੰਸ ਵੀ ਆਰ ਯੂਜ਼ਿੰਗ ਮਤਲਬ ਬਹੁਤ ਜ਼ਿਆਦਾ ਮਿਕਸ ਕੰਬਾਈਨ ਹੋ ਜਾਂਦੀਆਂ ਤਾਂ ਉਹ ਪੇਸ਼ੈਂਟ ਜਿਹੜਾ ਹੈ ਉਹਦਾ ਇਮਿਊਨ ਸਿਸਟਮ ਕਾਫੀ ਘਟਿਆ ਹੁੰਦਾ ਹੈ ਤੇ ਪ੍ਰੋਬੇਬਲੀ ਦੈਟ ਇਜ਼ ਦ ਰੀਜ਼ਨ ਕਿ ਮਿਊਕੋਰ ਦੇ ਕੇਸ ਇੰਨੇ ਜ਼ਿਆਦਾ ਆ ਰਹੇ ਨੇ। ਇੱਕ ਦਿਨ ਇਹੋ ਜਿਹਾ ਆਏਗਾ ਜਦ ਅਸੀਂ ਮੰਨਾਂਗੇ ਕਿ ਅੱਜ ਕੋਵਿਡ ਚਲਾ ਗਿਆ ਹੈ, ਸ਼ਾਇਦ ਕੋਈ ਦਿਨ ਜ਼ਰੂਰ ਆਏਗਾ। ਉਦੋਂ ਤੁਸੀਂ ਸਿਹਤ ਸਹੂਲਤਾਂ ਵਾਸਤੇ ਜਾਂ ਆਪਣੀ ਸਿਹਤ ਸੰਭਾਲ ਲਈ, ਕਿਉਂਕਿ ਕਿਹਾ ਜਾ ਰਿਹਾ ਪੰਜਾਬੀ ਡਾਇਬਟਿਕ ਜ਼ਿਆਦਾ ਨੇ, ਓਵਰਵੇਟ ਜ਼ਿਆਦਾ ਨੇ, ਸੋ ਤੁਸੀਂ ਉਸ ਵਕਤ ਔਰ ਅੱਜ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ, ਕੋਈ ਬੱਚਿਆਂ ਤੋਂ ਵੀ ਸ਼ੁਰੂ ਹੋ ਜਾਂਦਾ ਹੈ ਕਿ ਇਹੋ ਜਿਹੀ ਚੀਜ਼ ਪੰਜਾਬੀਆਂ ਨੂੰ ਕਰਨੀ ਚਾਹੀਦੀ ਤਾਂ ਕਿ ਯੂ ਨੋ ਵੈਸੇ ਸਿਹਤ ਆਪਣੀ। ਦੋ ਚੀਜ਼ਾਂ ਪੰਜਾਬੀਆਂ ਲਈ ਬਹੁਤ ਇੰਪੋਰਟੈਂਟ ਨੇ, ਡਾਈਟ ਐਂਡ ਐਕਸਰਸਾਈਜ਼। ਮੇਰੇ ਖਿਆਲ ਦੇ ਵਿੱਚ ਸਾਡੀ ਡਾਈਟ ਤਾਂ ਕਹਿੰਦੇ ਬੜੀ ਚੰਗੀ ਹੈ, ਦੇਸੀ ਘਿਓ ਖਾਂਦੇ ਹੈਗੇ ਆ ਜੀ। ਹਾਂ, ਨਹੀਂ ਦੇਸੀ ਘਿਓ ਖਾਂਦੇ, ਫਿਰ ਆਪਾਂ ਉਹਨਾਂ ਹੁਣ ਕੰਮ ਵੀ ਨਹੀਂ ਕਰਦੇ ਪਿੰਡਾਂ ਦੇ ਵਿੱਚ, ਹੈ ਨਾ। ਟਰੈਕਟਰ ਆ ਗਏ, ਘਰਾਂ 'ਚ ਵੀ ਸਾਰੇ ਇਲੈਕਟ੍ਰੋਨਿਕ ਗੈਜਟ ਹੋ ਗਏ। ਸੋ ਪ੍ਰੋਬੇਬਲੀ ਵੀ ਨੀਡ ਟੂ ਰੀਥਿੰਕ ਅਬਾਊਟ ਆਵਰਸੈਲਵਸ ਕਿ ਅਸੀਂ ਆਪਣਾ ਜੋ ਭਾਰ ਹੈ ਉਹ ਬਹੁਤ ਜ਼ਿਆਦਾ ਕੰਟਰੋਲ 'ਚ ਰੱਖਣਾ। ਅਸੀਂ ਘੱਟੋ ਘੱਟ 6 ਤੋਂ 8 ਕਿਲੋਮੀਟਰ ਡੇਲੀ ਤੁਰਨਾ। ਸਾਡੀ ਡਾਈਟ ਦੇ ਵਿੱਚ ਸ਼ੂਗਰ ਔਰ ਫੈਟਸ ਦਾ ਐਕਸੈਸ ਬਿਲਕੁਲ ਨਹੀਂ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਆਪਾਂ ਇਸ ਕੋਵਿਡ ਦੇ ਵਿੱਚ ਦੇਖ ਹੀ ਲਿਆ ਕਿ ਮੇਜਰ ਰਿਸਕ ਫੈਕਟਰ ਕੀ ਨੇ। ਮੇਜਰ ਰਿਸਕ ਫੈਕਟਰ, ਵਨ ਇਜ਼ ਓਬੈਸਿਟੀ, ਅਦਰ ਇਜ਼ ਡਾਇਬਟੀਜ਼। ਇਹ ਦੋ ਮੇਜਰ ਰਿਸਕ ਫੈਕਟਰ ਨੇ, ਇਹ ਦੋਨੋਂ ਚੀਜ਼ਾਂ ਪੰਜਾਬ ਦੇ ਵਿੱਚ ਬਹੁਤ ਹੈ। ਸੋ ਪ੍ਰੋਬੇਬਲੀ ਜਿਹੜਾ ਇੱਕ ਕੋਈ ਕਹਿ ਰਹੇ ਸੀ ਕਿ ਵੀ ਮੈਂ ਕਿਸੇ ਨੂੰ ਕਿਹਾ ਕਿ ਵੀ ਤੁਸੀਂ ਇਹ ਬਾਰਡਰਾਂ 'ਤੇ ਜਿਵੇਂ ਕਿਸਾਨ ਬੈਠੇ ਹੋਏ ਹੈ, ਇੰਨੇ ਪਿੰਨੀਆਂ ਦਾ ਲੰਗਰ ਨਾ ਲਾਓ, ਚੰਗੇ ਤੋਂ ਗੁੱਸੇ ਹੋ ਗਏ। ਬਟ ਉਹ ਬੈਠੇ ਬੈਠੇ ਪਿੰਨੀਆਂ ਦਾ ਲੰਗਰ ਲਾਉਣ ਨਾਲ ਵੀ ਤਕਲੀਫ, ਦਿਲ ਦੇ ਦੌਰੇ ਵੀ ਵੱਧ ਰਹੇ ਪਿੰਡਾਂ ਵਿੱਚ ਜਿਹੜੇ ਕੇਸਿਸ ਆ ਰਹੇ ਨੇ। ਸ਼ਾਰਟ ਟਰਮ ਮੈਥਡ ਨਾਲ ਕੁਝ ਨਹੀਂ ਹੁੰਦਾ ਵੀ ਤੁਸੀਂ 4 ਦਿਨ 10 ਦਿਨ 15 ਦਿਨ ਪਿੰਨੀਆਂ ਖਾ ਲੀਆਂ, ਸ਼ਾਇਦ ਇਹਦਾ ਮੈਟਰ ਨਹੀਂ ਕਰਦਾ। ਬਟ ਵਾਟ ਮੈਟਰ ਇਜ਼ ਕਿ ਰਾਈਟ ਫਰੋਮ ਦ ਏਜ ਆਫ 17 ਔਰ 18 ਜਦੋਂ ਆਪਾਂ ਯੰਗਰ ਏਜ ਗਰੁੱਪ ਹੀ ਹੈਗੀ, ਉਦੋਂ ਹੀ ਆਪਣੇ 'ਚ ਇੱਕ ਇਨਕਲਕੇਟਡ ਸੈਂਸ ਹੋਵੇ ਕਿ ਅਸੀਂ ਡੇਲੀ ਐਕਸਰਸਾਈਜ਼ ਕਰਨੀ ਹੈ, ਸਾਡੀ ਡਾਈਟ ਪ੍ਰੋਪਰ ਹੋਣੀ ਚਾਹੀਦੀ ਹੈਗੀ। ਐਕਸੈਸ ਸ਼ੂਗਰਸ ਐਂਡ ਫੈਟਸ ਐਂਡ ਸਪੈਸ਼ਲੀ ਅਲਕੋਹਲ ਸ਼ੁੱਡ ਬੀ ਅਵੋਇਡਡ। ਸੋ ਇਹਨਾਂ ਚੀਜ਼ਾਂ ਨਾਲ ਆਪਾਂ ਪਟਿਆਲਾ ਜਿਹਦਾ ਪਟਿਆਲਾ ਪੈਕ ਬਹੁਤ ਮਸ਼ਹੂਰ ਹੈਗਾ। ਆਈ ਡੋਂਟ ਨੋ ਅਬਾਊਟ ਪਟਿਆਲਾ ਪੈਕ ਕਿਉਂਕਿ ਮੈਂ ਕਦੇ ਡਰਿੰਕ ਨਹੀਂ ਕੀਤੀ, ਆਈ ਐਮ ਅ ਟੀ ਟੋਟਲਰ। ਬਟ ਯੈਸ, ਮੋਡਰੇਸ਼ਨ ਦੇ ਵਿੱਚ ਹੀ ਹਰ ਚੀਜ਼ ਠੀਕ ਹੁੰਦੀ ਹੈ।
ਸਰ ਸਾਡਾ ਕੰਮ ਹੈ ਤੁਹਾਡੀ ਆਵਾਜ਼ ਲੈ ਕੇ ਜਾਣਾ, ਬਾਕੀ ਹੁਣ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਨਗੇ, ਸੁਣਨਗੇ, ਉਹ ਉਹਨਾਂ 'ਤੇ ਛੱਡਦੇ ਆ। ਪਰ ਜੇ ਆਖਰੀ ਸੁਨੇਹਾ ਤੁਸੀਂ ਲੋਕਾਂ ਨੂੰ ਦੇਣਾ ਚਾਹੋਗੇ, ਕੀ ਕਹੋਗੇ? ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਜਿਹੜੇ ਅਫਵਾਹ ਨੇ, ਰਿਊਮਰਸ ਨੇ, ਬਿਲਕੁਲ ਬੇਸਲੈਸ ਨੇ। ਰਜਿੰਦਰਾ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ, ਚਾਹੇ ਉਹ ਹਰ ਕਿਸਮ ਦੀ ਆਕਸੀਜਨ ਹੈ, ਹਰ ਕਿਸਮ ਦੀ ਦਵਾਈ ਹੈ, ਚੰਗਾ ਖਾਣਾ, ਪਾਣੀ, ਇਹ ਹਰ ਚੀਜ਼ ਹਰ ਮਰੀਜ਼ ਦੀ ਹਰ ਸਮੇਂ ਮੌਜੂਦ ਨੇ। ਡਾਕਟਰਸ, ਪੈਰਾਮੈਡੀਕਲ ਸਟਾਫ, ਸਾਡੇ ਮਲਟੀਟਾਸਕ ਵਰਕਰ ਹਰ ਸਮੇਂ ਤੁਹਾਡੇ ਲਈ ਉੱਥੇ ਹੁੰਦੇ ਨੇ। ਸੋ ਅਫਵਾਹ 'ਤੇ ਯਕੀਨ ਨਾ ਕਰੋ, ਆਪਣੀ ਵੈਕਸੀਨੇਸ਼ਨ ਕਰਵਾਓ ਜਿਵੇਂ ਵੀ ਗਾਈਡਲਾਈਨਸ ਆਉਂਦੀਆਂ ਨੇ, ਆਪਣਾ ਟੈਸਟ ਕਰਵਾਓ ਐਜ਼ अर्ਲੀ ਐਜ਼ ਪੋਸੀਬਲ। ਜੇ ਤੁਹਾਨੂੰ ਕੋਈ ਵੀ ਤਕਲੀਫ ਆਉਂਦੀ ਹੈ ਉਸ ਤੋਂ ਬਾਅਦ ਆਪਣੀ ਸੈਚੂਰੇਸ਼ਨ ਰੈਗੂਲਰ ਚੈੱਕ ਕਰਦੇ ਰਹੋ। ਜਦੋਂ ਹੀ ਤੁਹਾਡੀ ਸੈਚੂਰੇਸ਼ਨ ਘਟਣਾ ਸ਼ੁਰੂ ਹੁੰਦੀ ਹੈ, ਇਮੀਡੀਏਟਲੀ ਆਪਣੇ ਨੀਅਰੈਸਟ ਜਿਹੜੀ ਤੁਹਾਡੀ ਨੇੜੇ ਤੋਂ ਨੇੜੇ ਹੈਲਥ ਕੇਅਰ ਫੈਸਿਲਿਟੀ ਹੈ ਉੱਥੇ ਰਿਪੋਰਟ ਕਰੋ। ਇਹਦੇ ਨਾਲ ਹੀ ਆਪਾਂ ਇਸ ਮਹਾਮਾਰੀ ਤੋਂ ਜਲਦੀ ਨਿਕਲ ਸਕਦੇ ਹਾਂ। ਬਾਕੀ ਸਭ ਨੂੰ ਪਤਾ ਹੈ ਕਿ ਮਾਸਕ ਲਾਉਣਾ, ਸੋਸ਼ਲ ਡਿਸਟੈਂਸਿੰਗ, ਹੈਂਡ ਹਾਈਜੀਨ, ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਅਤੇ ਜੇ ਆਪਾਂ ਇਹ ਸਭ ਚੀਜ਼ ਦੀ ਪਾਲਣਾ ਕਰਾਂਗੇ ਤਾਂ ਇਹ ਪੈਂਡੈਮਿਕ 'ਚੋਂ ਆਪਾਂ ਆਰਾਮ ਨਾਲ ਬਾਹਰ ਨਿਕਲ ਸਕਦੇ ਹਾਂ। ਥੈਂਕ ਯੂ। ਥੈਂਕ ਯੂ।